ਹੈਲੋ ਫਰੈਂਡਸ। ਸੋ ਮੇਰਾ ਨਾਮ ਹੈ ਅਮਨ ਅਤੇ ਅਸੀਂ ਕਰ ਰਹੇ ਹਾਂ ਈਟੀਟੀ ਦੇ ਸੈਕੰਡ ਪੇਪਰ ਦੇ ਲਈ ਸਾਇੰਸ ਦੀ ਤਿਆਰੀ। ਸੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਡਾਇਵਰਸਿਟੀ ਇਨ ਲਿਵਿੰਗ ਆਰਗੇਨਿਜ਼ਮ ਸੰਜੀਵਾਂ ਵਿੱਚ ਵਿਭਿੰਨਤਾ ਦਾ ਪਾਰਟ ਨੰਬਰ 2। ਇਹ ਸਾਡਾ ਅਖੀਰਲਾ ਪਾਰਟ ਹੋਏਗਾ ਅੱਜ। ਸੋ ਜੋ ਕੈਂਡੀਡੇਟ ਫਸਟ ਟਾਈਮ ਚੈਨਲ ਦੇ ਨਾਲ ਜੁੜਦਾ ਪਿਆ, ਜਿਨ੍ਹਾਂ ਨੇ ਪਾਰਟ ਨੰਬਰ 1 ਨਹੀਂ ਦੇਖਿਆ ਇਸ ਚੈਪਟਰ ਦਾ, ਪਲੀਜ਼ ਉਹ ਪਹਿਲਾਂ ਪਾਰਟ ਨੰਬਰ 1 ਦੇਖ ਆਓ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ। ਇਸ ਤੋਂ ਇਲਾਵਾ ਤੁਸੀਂ ਚੈਨਲ ਦੀ ਪਲੇਲਿਸਟ ਦੇ ਵਿੱਚ ਡਾਇਰੈਕਟ ਵੀ ਜਾ ਕੇ ਉਸ ਪਾਰਟ ਨੂੰ ਵੇਖ ਸਕਦੇ ਹੋ। ਪਾਰਟ ਨੰਬਰ 1 ਨੂੰ ਵੇਖਣ ਦੇ ਨਾਲ ਇਸ ਪਾਰਟ ਦੇ ਵਿੱਚ ਹੋਰ ਜ਼ਿਆਦਾ ਕਲੈਰਿਟੀ ਆਏਗੀ। ਸੋ ਅੱਜ ਅਸੀਂ ਇਸ ਚੈਪਟਰ ਨੂੰ ਖਤਮ ਕਰਾਂਗੇ। ਲਾਸਟ ਕਲਾਸ ਦੇ ਵਿੱਚ ਅਸੀਂ ਗੱਲ ਕੀਤੀ ਸੀ ਪ੍ਰੋਟਿਸਟਾ ਦੇ ਬਾਰੇ, ਮੁਨੇਰਾ ਦੇ ਬਾਰੇ। ਅਸੀਂ ਕਿੰਗਡਮ ਸਟਾਰਟ ਕੀਤੇ ਹੋਏ ਸੀ, 5 ਦੇ 5 ਕਿੰਗਡਮ। ਸੋ 2 ਅਸੀਂ ਕਵਰ ਕਰ ਲਏ, ਅੱਜ 3rd ਸਟਾਰਟ ਕਰਾਂਗੇ। 4th 5th ਵੀ ਅਸੀਂ ਅੱਜ ਹੀ ਖਤਮ ਕਰਾਂਗੇ ਅਤੇ ਨਾਲ ਨਾਲ ਕੁਝ ਇੰਟਰਸਟਿੰਗ ਕੁਐਸਚਨ, ਜਿਵੇਂ ਮੈਂ ਪਹਿਲੀ ਕਲਾਸ ਦੱਸਿਆ ਸੀ ਕਿ ਵਿਚ ਕਮਸ ਫਸਟ, ਐਗ ਔਰ ਹੈਨ। ਸੋ ਇਦਾਂ ਦੇ ਕੁਐਸਚਨ ਦੇ ਆਨਸਰ ਵੀ ਤੁਹਾਨੂੰ ਅੱਜ ਮਿਲਣਗੇ। ਇਸ ਤੋਂ ਇਲਾਵਾ ਕੁਝ ਕਾਕਰੋਚ ਵਗੈਰਾ ਬਾਰੇ ਅਸੀਂ ਕੁਝ ਇੰਟਰਸਟਿੰਗ ਫੈਕਟ ਵੀ ਕਵਰ ਕਰਾਂਗੇ। ਸੋ ਬਿਨਾਂ ਟਾਈਮ ਖਰਾਬ ਕੀਤਿਆਂ ਸਟਾਰਟ ਕਰਦੇ ਹਾਂ ਆਪਣਾ 3rd ਕਿੰਗਡਮ। 3rd ਮੁੱਖ ਜਗਤ ਆਪਣਾ ਫੰਜਾਈ। ਸੋ ਫੰਜਾਈ ਹੁੰਦੇ ਕੀ ਨੇ? ਸੋ ਕੁਝ ਇੰਪੋਰਟੈਂਟ ਪੁਆਇੰਟ ਮੈਂ ਇੱਥੇ ਲਿਖੇ ਹੋਏ ਨੇ ਜੋ ਕਿ ਪੇਪਰਾਂ ਦੇ ਵਿੱਚ ਆਏ ਹੋਏ ਨੇ। ਸੋ ਜੋ ਫੰਜਾਈ ਹੁੰਦੇ ਨੇ ਇਹ ਸੈਪਰੋਫਾਈਟ ਹੁੰਦੇ ਨੇ, ਮਤਲਬ ਮ੍ਰਿਤ ਜੀਵੀ ਹੁੰਦੇ ਨੇ। ਕਹਿਣ ਦਾ ਮਤਲਬ ਕਿ ਗਲ ਸੜ ਰਹੇ ਜਿਹੜੇ ਪਦਾਰਥ ਨੂੰ ਭੋਜਨ ਦੇ ਤੌਰ ਤੇ ਵਰਤਦੇ ਨੇ। ਦੇ ਯੂਜ਼ ਡਿਕੇਇੰਗ ਆਰਗੈਨਿਕ ਮਟੀਰੀਅਲ ਐਜ਼ ਅ ਫੂਡ, ਮਤਲਬ ਜੋ ਪਦਾਰਥ ਗਲ ਸੜ ਰਹੇ ਹੁੰਦੇ ਨੇ ਇਹ ਉਹਨਾਂ ਪਦਾਰਥ ਨੂੰ ਹੀ ਆਪਣੇ ਫੂਡ ਜਾਂ ਆਪਣੇ ਭੋਜਨ ਦੇ ਤੌਰ ਤੇ ਵਰਤਦੇ ਨੇ। ਸੋ ਯਾਦ ਰੱਖਿਓ, ਇਹ ਕਾਫੀ ਵਾਰ ਪੁੱਛਿਆ ਗਿਆ ਹੈਗਾ। ਸੋ ਲੇਕਿਨ ਕੁਝ ਜਿਹੜੇ ਫੰਜਾਈ ਹੁੰਦੇ ਨੇ ਉਹ ਪੈਰਾਸਾਈਟ ਵੀ ਹੁੰਦੇ ਨੇ। ਪੁਆਇੰਟ ਟੂ ਬੀ ਰਿਮੈਂਬਰ, ਕੁਝ ਫੰਜਾਈ ਜਿਹੜੇ ਹੁੰਦੇ ਨੇ ਉਹ ਪੈਰਾਸਾਈਟ ਨੇਚਰ ਦੇ ਵੀ ਹੋ ਸਕਦੇ ਨੇ। ਪੈਰਾਸਾਈਟ ਦਾ ਮਤਲਬ, ਸੋ ਇਸ ਦਾ ਮੀਨਿੰਗ ਕੀ ਹੋ ਗਿਆ? ਮਤਲਬ ਜੋ ਲਿਵਿੰਗ ਆਪਣੇ ਭੋਜਨ ਦੇ ਲਈ ਦੂਸਰੇ ਲਿਵਿੰਗ ਆਰਗੇਨਿਜ਼ਮ ਤੇ ਡਿਪੈਂਡ ਕਰਨ। ਮੈਂ ਇੱਥੇ ਛੋਟੀ ਜਿਹੀ ਐਗਜ਼ਾਮਪਲ ਲਿਖੀ ਹੋਈ ਹੈ ਟੇਪਵਰਮ ਦੀ। ਹਾਲਾਂਕਿ ਟੇਪਵਰਮ ਕੋਈ ਫੰਜਾਈ ਨਹੀਂ ਹੈਗਾ, ਬਟ ਅਸੀਂ ਪੈਰਾਸਾਈਟ ਨੂੰ ਸਮਝਣ ਦੇ ਲਈ ਇਸ ਐਗਜ਼ਾਮਪਲ ਦਾ ਸਹਾਰਾ ਲਵਾਂਗੇ। ਜਿਵੇਂ ਟੇਪਵਰਮ ਤੁਸੀਂ ਸੁਣਿਆ ਹੋਊਗਾ, ਇਹ ਸਾਡੀ ਇੰਟੈਸਟਾਈਨ ਦੇ ਵਿੱਚ ਹੁੰਦੇ ਨੇ। ਅਗਰ ਮੈਂ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਕਹਾਂ ਕਿ ਜੋ ਸਾਡੇ ਢਿੱਡ ਦੇ ਕੀੜੇ, ਜੋ ਸਾਡੇ ਪੇਟ ਦੇ ਕੀੜੇ ਹੁੰਦੇ ਨੇ, ਉਹੀ ਟੇਪਵਰਮ ਨੇ। ਜੋ ਫੂਡ ਅਸੀਂ ਖਾਂਦੇ ਹਾਂ, ਜੋ ਫੂਡ ਸਾਡੀ ਬਾਡੀ ਪਚਾਉਂਦੀ ਹੈ, ਇਹ ਸਾਡੇ ਅੰਦਰ ਰਹਿ ਕੇ ਉਹੀ ਫੂਡ ਨੂੰ ਆਪ ਖਾਂਦੇ ਨੇ। ਮਤਲਬ ਸਾਡੇ ਸਰੀਰ ਤੋਂ ਹੀ ਆਪਣਾ ਭੋਜਨ ਲੈਂਦੇ ਨੇ, ਸਾਡੇ ਖਾਦੇ ਹੋਏ ਫੂਡ ਤੋਂ ਹੀ ਆਪਣਾ ਫੂਡ ਪ੍ਰਾਪਤ ਕਰਦੇ ਨੇ ਅੱਗੇ। ਸੋ ਟੇਪਵਰਮ ਕਾਦੀ ਐਗਜ਼ਾਮਪਲ ਹੋ ਗਈ ਫਿਰ? ਪੈਰਾਸਾਈਟ ਦੀ। ਸੋ ਇਸੇ ਤਰ੍ਹਾਂ ਕੁਝ ਫੰਜਾਈ ਹੁੰਦੀਆਂ ਨੇ ਜੋ ਪੈਰਾਸਾਈਟ ਹੋ ਸਕਦੀਆਂ ਨੇ, ਮਤਲਬ ਵਿਚ ਡਿਪੈਂਡ ਔਨ ਅਦਰ ਲਿਵਿੰਗ ਆਰਗੇਨਿਜ਼ਮ ਫॉर ਫੂਡ। ਇਹ ਉਹਨਾਂ ਦੇ ਵਿੱਚ ਜਾਂ ਉਹਨਾਂ ਦੇ ਅੰਦਰ ਰਹਿ ਕੇ ਜਾਂ ਉਹਨਾਂ ਦੇ ਕਈ ਵਾਰ ਉੱਪਰ ਰਹਿ ਕੇ ਆਪਣਾ ਫੂਡ ਪ੍ਰਾਪਤ ਕਰਦੇ ਨੇ। ਸੋ ਇੱਥੋਂ ਤੱਕ ਅਸੀਂ ਖਤਮ ਕੀਤਾ ਕਿ ਫੰਜਾਈ ਜ਼ਿਆਦਾਤਰ ਸੈਪਰੋਫਾਈਟ ਹੁੰਦੇ ਨੇ, ਬਟ ਇਹ ਪੈਰਾਸਾਈਟ ਵੀ ਹੋ ਸਕਦੇ ਨੇ। ਇਸ ਤੋਂ ਬਾਅਦ ਸੈੱਲ ਵਾਲ ਦੀ ਗੱਲ ਕਰੀਏ, ਅਗਰ ਆਪਾਂ ਸੈੱਲ ਭਿੱਤੀ ਜਾਂ ਸੈੱਲ ਕੰਧ ਫੰਜਾਈ ਦੇ ਵਿੱਚ ਜੋ ਕਿ ਪ੍ਰੈਜ਼ੈਂਟ ਹੁੰਦੀ ਹੈ ਪਲਾਂਟੀ ਦੇ ਵਾਂਗ। ਸੋ ਇਹ ਕਾਦੀ ਮਿਲ ਕੇ ਬਣਦੀ ਹੈ? ਨਹੀਂ ਬੋਲੋਗੇ, ਕਾਈਟਨ। ਸੋ ਇੱਕ ਕੰਪਾਊਂਡ ਹੁੰਦਾ ਹੈਗਾ ਜਿਹਦਾ ਨਾਮ ਕੀ ਹੈਗਾ? ਕਾਈਟਨ। ਇਹ ਪੁੱਛਿਆ ਜਾਂਦਾ ਕਿ ਫੰਜਾਈ ਦੀ ਸੈੱਲ ਵਾਲ ਕਿਸ ਤੋਂ ਮਿਲ ਕੇ ਬਣਦੀ ਹੈ, ਤਾਂ ਆਨਸਰ ਆਏਗਾ ਉੱਥੇ ਕਾਈਟਨ। ਸੋ ਐਗਜ਼ਾਮਪਲਸ ਫੰਜਾਈ ਦੀਆਂ ਕੀ ਆ ਗਈਆਂ? ਪਹਿਲੀ ਐਗਜ਼ਾਮਪਲ ਹੈਗੀ ਹੈ ਈਸਟ, ਇਹਨੂੰ ਖਮੀਰ ਬੋਲਦੇ ਆ ਪੰਜਾਬੀ ਦੇ ਵਿੱਚ। ਸੋ ਡਾਇਗਰਾਮ ਤੁਸੀਂ ਦੇਖ ਸਕਦੇ ਹੋ। ਇਹ ਡਾਇਗਰਾਮ ਜੋ ਗਿਵਨ ਹੈ, ਇਹ ਡਾਇਗਰਾਮ ਹੈ ਈਸਟ ਦੀ, ਮਤਲਬ ਖਮੀਰ ਦੀ। ਇਹਦੇ ਵੀ ਇੱਕ ਦੋ ਪੁਆਇੰਟ ਹੈਗੇ ਨੇ, ਜਿਵੇਂ ਸ਼ੂਗਰ ਤੋਂ ਐਲਕੋਹਲ ਜਦੋਂ ਅਸੀਂ ਬਣਾਉਣੇ ਆ ਤਾਂ ਉੱਥੇ ਕਾਹਦਾ ਯੂਜ਼ ਹੁੰਦਾ ਹੈਗਾ, ਤਾਂ ਉੱਥੇ ਸਿੰਪਲ ਆਨਸਰ ਆਉਂਦਾ ਹੈਗਾ ਸਾਡਾ ਈਸਟ ਜਾਂ ਖਮੀਰ। ਅਤੇ ਇਹ ਕੀ ਹੁੰਦੀ ਹੈ? ਇੱਕ ਫੰਜਾਈ। ਇਸ ਤੋਂ ਇਲਾਵਾ ਪੈਨੀਸੀਲੀਅਮ ਵੀ ਫੰਜਾਈ ਹੁੰਦੀ ਹੈ। ਇਹਦੀ ਡਾਇਗਰਾਮ ਤੁਸੀਂ ਦੇਖ ਸਕਦੇ ਹੋ ਰਾਈਟ ਸਾਈਡ ਕਾਰਨਰ ਤੇ। ਅੱਗੇ ਮਸ਼ਰੂਮ ਵੀ ਇੱਕ ਫੰਜਾਈ ਹੈ ਜੋ ਕਿ ਈਡੀਬਲ ਹੈ, ਮਤਲਬ ਨੂੰ ਅਸੀਂ ਖਾ ਵੀ ਸਕਦੇ ਹਾਂ। ਕਈ ਵਾਰ ਮਸ਼ਰੂਮ ਦੀ ਜਗ੍ਹਾ ਤੇ ਅਗੈਰਿਕਸ ਵੀ ਲਿਖਿਆ ਹੁੰਦਾ ਹੈਗਾ, ਸੋ ਮੀਨਿੰਗ ਸੇਮ ਹੈ। ਫੋਰਥ ਲਾਸਟ ਪੁਆਇੰਟ ਜਿਹੜਾ ਸਾਡਾ ਹੈਗਾ ਜੋ ਕਿ ਇੰਪੋਰਟੈਂਟ ਹੈ, IMP, ਉਹ ਹੈਗਾ ਕਿ ਕੁਝ ਫੰਜਾਈ ਇਦਾਂ ਦੀਆਂ ਹੁੰਦੀਆਂ ਨੇ ਜੋ ਕਿ ਕਾਈ ਦੇ ਨਾਲ, ਜਾਂ ਕਹਿ ਲਓ ਨੀਲੀ ਹਰੀ ਕਾਈ, ਬਲੂ ਗ੍ਰੀਨ ਐਲਗੀ ਜਾਂ ਸਾਈਨੋਬੈਕਟੀਰੀਆ ਦੇ ਨਾਲ ਸਿੰਬਾਇਟਿਕ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀਆਂ ਨੇ, ਸੈਲੀਵਤਾ ਦੇ ਵਿੱਚ ਰਹਿੰਦੀਆਂ ਨੇ। ਕਹਿਣ ਦਾ ਮਤਲਬ, ਅਤੇ ਇਸੇ ਰਿਲੇਸ਼ਨ ਨੂੰ ਅਸੀਂ ਕੀ ਬੋਲਦੇ ਹਾਂ? ਲਾਈਕੇਨਸ। ਇੰਪੋਰਟੈਂਟ ਹੈ ਲਾਈਕੇਨ। ਸੋ ਲਾਈਕੇਨ ਹੋ ਗਿਆ ਇਹ ਫੰਜਾਈ ਦਾ ਐਲਗੀ ਦੇ ਨਾਲ, ਪੁਆਇੰਟ ਟੂ ਬੀ ਰਿਮੈਂਬਰ, ਫੰਗਸ ਦਾ ਜਾਂ ਫੰਜਾਈ ਦਾ ਐਲਗੀ ਜਾਂ ਕਾਈ ਦੇ ਨਾਲ ਜਿਹੜਾ ਰਿਲੇਸ਼ਨ ਹੁੰਦਾ ਇਹਨੂੰ ਕੀ ਬੋਲਿਆ ਜਾਂਦਾ ਹੈਗਾ? ਲਾਈਕੇਨ। ਜਦੋਂ ਇਹ ਦੋਨੋਂ ਇਕੱਠੇ ਰਹਿੰਦੇ ਨੇ, ਸਿੰਬਾਇਟਿਕ ਰਿਲੇਸ਼ਨਸ਼ਿਪ, ਮਤਲਬ ਦੋਨੇ ਇੱਕ ਦੂਸਰੇ ਤੇ ਡਿਪੈਂਡ ਕਰਦੇ ਨੇ। ਕਿਵੇਂ?
ਕਿ ਜੋ ਫੰਜਾਈ ਹੁੰਦੀ ਹੈ ਇਹ ਐਲਗੀ ਦੇ ਲਈ ਵਾਟਰ ਜਾਂ ਮਿਨਰਲ ਵਗੈਰਾ ਅਬਜ਼ੌਰਬ ਕਰਦੀ ਹੈਗੀ ਅਤੇ ਅੱਗੇ ਐਲਗੀ ਨੂੰ ਦੇ ਦਿੰਦੀ ਹੈ, ਕਾਈ ਨੂੰ ਦੇ ਦਿੰਦੀ ਹੈ, ਤੇ ਕਾਈ ਉਹਨਾਂ ਦਾ ਯੂਜ਼ ਕਰਕੇ ਫੂਡ ਬਣਾਉਂਦੀ ਹੈ। ਜਿਵੇਂ ਅਸੀਂ ਪੜ੍ਹਿਆ ਸੀ ਐਲਗੀ ਜਾਂ ਜੋ ਕਾਈ ਹੁੰਦੀ ਹੈ ਉਹ ਫੋਟੋਸਿੰਥੇਸਿਸ ਕਰ ਸਕਦੀ ਹੈ, ਮਤਲਬ ਫੂਡ ਬਣਾਉਂਦੀ ਹੈਗੀ। ਸੋ ਦੋਨੋਂ ਇਕੱਠੇ ਮਿਲ ਕੇ ਕੰਮ ਕਰਦੇ ਨੇ ਐਂਡ ਜੋ ਐਲਗੀ ਜੋ ਕਾਈ ਜੋ ਫੂਡ ਬਣਾਉਂਦੀ ਹੈ ਉਸ ਫੂਡ ਨੂੰ ਦੋਨੋਂ ਸ਼ੇਅਰ ਵੀ ਕਰਦੇ ਨੇ। ਸੋ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਹੈਗਾ ਕਿ ਲਾਈਕਨ ਕੀ ਹੁੰਦਾ ਹੈਗਾ। ਸੋ ਲਾਈਕਨ ਕੀ ਹੋ ਗਿਆ, ਇਹ ਫੰਗਸ ਜਾਂ ਕਹਿ ਲਓ ਫੰਜਾਈ ਤੇ ਐਲਗੀ ਜਾਂ ਕਹਿ ਲਓ ਕਾਈ ਦਾ ਰਿਲੇਸ਼ਨ ਹੈਗਾ, ਮਤਲਬ ਜਦੋਂ ਦੋਨੋਂ ਇਕੱਠੇ ਕੰਮ ਕਰਦੇ ਨੇ, ਸਿੰਬਾਇਓਟਿਕ ਰਿਲੇਸ਼ਨਸ਼ਿਪ ਹੈ ਦੋਨਾਂ ਦਾ। ਸੋ ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਇੱਥੋਂ ਤੱਕ। ਇਹ ਪੂਰੀ ਸਲਾਈਡ ਕਾਫੀ ਇੰਪੋਰਟੈਂਟ ਹੈ, ਬਹੁਤ ਐਮਸੀਕਿਊ ਕਵਰ ਹੁੰਦੇ ਨੇ ਇਹਦੇ ਵਿੱਚੋਂ। ਸੋ ਹੁਣ ਅਸੀਂ ਚੱਲਦੇ ਹਾਂ ਆਪਣੇ ਫੋਰਥ ਕਿੰਗਡਮ ਵੱਲ, ਜੋ ਕਿ ਹੈ ਪਲਾਂਟੀ। ਸੋ ਯਾਦ ਰੱਖਿਓ ਪਿਛਲੀ ਸਲਾਈਡ ਦੇ ਵਿੱਚ ਜੋ ਅਸੀਂ ਪੜ੍ਹਿਆ ਸੀਗਾ ਫੰਜਾਈ ਦੇ ਵਿੱਚ ਕਿ ਜੋ ਲਾਈਕੇਨ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਐਂਡ ਜੋ ਲਾਈਕੇਨ ਹੈ ਉਹ ਫੰਜਾਈ ਤੇ ਐਲਗੀ ਦੇ ਮੇਲ ਤੋਂ ਬਣਦਾ ਹੈਗਾ। ਜੋ ਲਾਈਕੇਨ ਹੈ ਉਹ ਫੰਜਾਈ ਤੇ ਐਲਗੀ ਦੇ ਮੇਲ ਤੋਂ ਬਣਦਾ ਹੈ, ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀਗਾ ਲਾਸਟ ਸਲਾਈਡ ਦੇ ਵਿੱਚ। ਸੋ ਪਲਾਂਟੀ ਨੂੰ ਪਹਿਲਾਂ ਤਾਂ ਆਪਾਂ ਕਲਾਸੀਫਾਈ ਕਰ ਲੈਂਦੇ ਹਾਂ 5 ਪਾਰਟ ਦੇ ਵਿੱਚ। ਪਹਿਲਾ ਕੀ ਹੋ ਗਿਆ ਸਾਡਾ ਥੈਲੋਫਾਈਟਾ, ਨੰਬਰ 2 ਬਾਇਓਫਾਈਟਾ, ਉਸ ਤੋਂ ਬਾਅਦ ਟੈਰਿਡੋਫਾਈਟਾ, ਫੋਰਥ ਹੋ ਗਿਆ ਜਿਮਨੋਸਪਰਮ, ਫਿਫਥ ਹੋ ਗਿਆ ਐਂਜੀਓਸਪਰਮ। ਸੋ ਪਲਾਂਟੀ ਜੋ ਪੂਰਾ ਕਿੰਗਡਮ ਹੈ, ਪਹਿਲੀ ਗੱਲ ਤੇ ਮਾਸਟਰ ਕੀਟਰ ਸਪੈਸ਼ਲ ਹੈ ਕਿ ਇਹਦੇ ਵਿੱਚੋਂ ਜ਼ਿਆਦਾ ਡੀਪ ਕੁਐਸਚਨ ਤੇ ਜ਼ਿਆਦਾ ਕੁਐਸਚਨ ਮਾਸਟਰ ਕੀਟਰ ਦੇ ਵਿੱਚ ਜ਼ੂਲੋਜੀ ਤੇ ਬੋਟਨੀ ਦੇ ਪੋਰਸ਼ਨ ਦੇ ਵਿੱਚ ਪੁੱਛੇ ਜਾਂਦੇ ਨੇ, ਬਟ ਫਿਰ ਵੀ ਜੋ ਸਾਡੇ ਈਟੀਟੀ ਦੇ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਅਸੀਂ ਉਹ ਸਾਰੇ ਪੁਆਇੰਟ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਪਹਿਲੀ ਗੱਲ ਕਰਾਂਗੇ ਅਸੀਂ ਥੈਲੋਫਾਈਟਾ ਦੀ। ਸੋ ਇਸ ਵਰਗ ਦੇ ਪੌਦਿਆਂ ਨੂੰ ਆਮ ਤੌਰ ਤੇ ਮੈਂ ਕੀ ਬੋਲੂੰਗਾ, ਕਾਈ ਜਾਂ ਕਹਿ ਲਓ ਐਲਗੀ। ਸੋ ਇਸ ਵਰਗ ਦੇ ਪੌਦਿਆਂ ਨੂੰ ਕੀ ਬੋਲਿਆ ਜਾਂਦਾ ਹੈ, ਐਲਗੀ ਜਾਂ ਕਾਈ। ਇਸ ਤੋਂ ਬਾਅਦ ਜੋ ਥੈਲੋਫਾਈਟਾ ਦੇ ਵਿੱਚ ਜਿੰਨੇ ਵੀ ਪੌਦੇ ਆ ਗਏ, ਜੋ ਇਹਨਾਂ ਦੀ ਸਰੀਰਕ ਬਣਤਰ ਹੈ ਜਾਂ ਕਹਿ ਲਓ ਸਰੀਰਕ ਸੰਰਚਨਾ ਇਹਨਾਂ ਦੀ, ਉਹਦੇ ਵਿੱਚ ਅਸੀਂ ਡਿਫਰੈਂਸ਼ੀਏਸ਼ਨ ਨਹੀਂ ਕਰ ਸਕਦੇ, ਮਤਲਬ ਪੌਦੇ ਨੂੰ ਦੇਖ ਕੇ ਉਹਦੀ ਰੂਟ ਜਾਂ ਉਹਦੇ ਸਟੈਮ ਬਾਰੇ ਨਹੀਂ ਦੱਸਿਆ ਜਾ ਸਕਦਾ। ਐਗਜ਼ਾਮਪਲ ਅੱਗੇ ਗੱਲ ਕਰੀਏ ਐਗਜ਼ਾਮਪਲ ਵਗੈਰਾ ਦੀ, ਤਾਂ ਕੁਝ ਫੇਮਸ ਐਗਜ਼ਾਮਪਲ ਨੇ ਜੋ ਕਿ ਨਾਮ ਕਾਫੀ ਮਸ਼ਹੂਰ ਨੇ। ਸੋ ਪਹਿਲੀ ਹੋਗੀ ਸਪਾਇਰੋਗੈਰਾ, ਇਸ ਤੋਂ ਬਾਅਦ ਯੂਲੋਥ੍ਰਿਕਸ, ਲਾਸਟ ਕੀ ਆ ਗਈ ਕਾਰਾ। ਸੋ ਕੁਝ ਨਾਮ ਨੇ ਜੋ ਤੁਸੀਂ ਦਿਮਾਗ ਦੇ ਵਿੱਚ ਰੱਖਣੇ ਨੇ। ਨੰਬਰ 2 ਤੇ ਗੱਲ ਕਰਾਂਗੇ ਬ੍ਰਾਇਓਫਾਈਟਾ ਦੀ। ਬ੍ਰਾਇਓਫਾਈਟਾ ਦੇ ਵਿੱਚ ਜਸਟ ਇੱਕ ਲਾਈਨ ਹੀ ਤੁਸੀਂ ਯਾਦ ਰੱਖਣੀ ਹੈ ਕਿ ਇਹਨਾਂ ਨੂੰ ਅਸੀਂ ਬੋਲਦੇ ਹਾਂ ਐਮਫੀਬੀਅਨ ਆਫ ਪਲਾਂਟ ਕਿੰਗਡਮ। ਐਮਫੀਬੀਅਨ ਆਫ ਪਲਾਂਟ ਕਿੰਗਡਮ। ਹੁਣ ਥੋੜਾ ਜਿਹਾ ਸਮਝ ਲੈਂਦੇ ਹਾਂ ਕਿ ਸਟੋਰੀ ਕੀ ਹੈ, ਕਿਉਂ ਬੋਲਿਆ ਜਾਂਦਾ ਇਹਨਾਂ ਨੂੰ ਐਮਫੀਬੀਅਨ ਆਫ ਪਲਾਂਟ ਕਿੰਗਡਮ, ਤਾਂ ਕਿ ਇਹ ਚੀਜ਼ ਸਾਡੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜੇ। ਸੋ ਐਮਫੀਬੀਆ ਅਸੀਂ ਪੜਾਂਗੇ ਕਲਾਸ ਐਮਫੀਬੀਆ, ਅੱਗੇ ਆਊਗੀ ਸਾਡੀ ਉਹ ਐਨੀਮੀਲੀਆ ਦੇ ਵਿੱਚ। ਸੋ ਉੱਥੇ ਅਸੀਂ ਫਰੌਗ ਵਗੈਰਾ ਆਊਗਾ ਉਹਦੇ ਵਿੱਚ ਐਮਫੀਬੀਆ ਦੇ ਵਿੱਚ। ਸੋ ਜੋ ਫਰੌਗ ਜੋ ਡੱਡੂ ਹੁੰਦਾ ਸਾਡਾ, ਜੋ ਮੇਲ ਫਰੌਗ ਹੈ ਉਹ ਆਪਣੇ ਸਪਰਮ ਵਾਟਰ ਦੇ ਵਿੱਚ ਰਿਲੀਜ਼ ਕਰਦਾ। ਸਿਮਿਲਰਲੀ ਜੋ ਫੀਮੇਲ ਫਰੌਗ ਹੁੰਦੀ ਹੈ ਉਹ ਵੀ ਆਪਣੇ ਐਗ ਵਾਟਰ ਦੇ ਵਿੱਚ ਹੀ ਰਿਲੀਜ਼ ਕਰਦੀ ਹੈ ਤੇ ਵਾਟਰ ਦੇ ਵਿੱਚ ਹੀ ਦੋਨੋਂ ਫਰਟੀਲਾਈਜ਼ ਕਰਦੇ ਨੇ, ਮਤਲਬ ਸੈਕਸੁਅਲ ਰੀਪਰੋਡਕਸ਼ਨ ਵਾਟਰ ਦੇ ਥਰੂ ਹੀ ਹੁੰਦਾ ਹੈਗਾ। ਸੋ ਤਾਂ ਕਰਕੇ ਬ੍ਰਾਇਓਫਾਈਟਾ ਦੇ ਵਿੱਚ ਵੀ ਧਿਆਨ ਨਾਲ ਸੁਣਿਓ, ਬ੍ਰਾਇਓਫਾਈਟਾ ਦੇ ਵਿੱਚ ਵੀ ਬ੍ਰਾਇਓਫਾਈਟਾ ਵਾਲੇ ਪੌਦਿਆਂ ਨੂੰ ਵੀ ਵਾਟਰ ਚਾਹੀਦਾ ਹੈਗਾ ਸੈਕਸੁਅਲ ਰੀਪਰੋਡਕਸ਼ਨ ਦੇ ਲਈ। ਜੋ ਬ੍ਰਾਇਓਫਾਈਟਾ ਦੇ ਵਿੱਚ ਪਲਾਂਟ ਆ ਜਾਣਗੇ ਦੇ ਨੀਡ ਵਾਟਰ ਫॉर ਸੈਕਸੁਅਲ ਰੀਪਰੋਡਕਸ਼ਨ, ਦੈਟਸ ਵਾਈ ਇਹਨਾਂ ਨੂੰ ਕੀ ਬੋਲਿਆ ਜਾਂਦਾ ਹੈਗਾ ਐਮਫੀਬੀਆ ਆਫ ਪਲਾਂਟ ਕਿੰਗਡਮ। ਸੋ ਥਰਡ ਹੈਗਾ ਟੈਰਿਡੋਫਾਈਟਾ। ਜਸਟ ਤੁਸੀਂ ਇੱਕ ਐਗਜ਼ਾਮਪਲ ਹੀ ਯਾਦ ਰੱਖੋਗੇ ਫਰਨ। ਸੋ ਫਰਨ ਕਾਦੀ ਐਗਜ਼ਾਮਪਲ ਹੈਗੀ, ਟੈਰਿਡੋਫਾਈਟਾ ਦੀ। ਸੋ ਫਰਨ ਕਾਦੇ ਵਿੱਚ ਆ ਗਿਆ, ਟੈਰਿਡੋਫਾਈਟਾ ਦੇ ਵਿੱਚ। ਸੋ ਹੁਣ ਅਸੀਂ ਅੱਗੇ ਗੱਲ ਕਰਾਂਗੇ ਜਿਮਨੋਸਪਰਮ ਤੇ ਐਂਜੀਓਸਪਰਮ ਦੀ। ਇੱਥੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਿਮਨੋਸਪਰਮ ਦੀ। ਸੋ ਜਿਮਨੋਸਪਰਮ ਦੇ ਵਿੱਚ ਜਿੰਨੇ ਵੀ ਪੌਦੇ ਆ ਗਏ, ਜਿੰਨੇ ਵੀ ਪਲਾਂਟ ਆ ਗਏ, ਇਹਨਾਂ ਦੇ ਜਿਹੜੇ ਬੀਜ ਨੇ ਉਹ ਅਣਢਕੇ ਹੁੰਦੇ ਨੇ। ਅਣਢਕੇ ਹੋਣ ਦਾ ਮਤਲਬ ਉਹਨਾਂ ਨੂੰ ਅਸੀਂ ਐਜ਼ ਇਟ ਹੀ ਡਾਇਰੈਕਟ ਦੇਖ ਸਕਦੇ ਹਾਂ। ਇੰਗਲਿਸ਼ ਵਾਲੇ the plants of this group bear naked seed, ਮਤਲਬ ਜੋ ਸੀਡ ਨੇ ਉਹ ਡਾਇਰੈਕਟ ਹੀ ਦੇਖੇ ਜਾ ਸਕਦੇ ਨੇ ਨੇਕਡ ਆਈ ਦੇ ਨਾਲ। ਸੋ ਐਗਜ਼ਾਮਪਲ ਕੀ ਆ ਗਈ ਇਹਦੀ, ਪਾਈਨਸ, ਜੋ ਤੁਸੀਂ ਯਾਦ ਰੱਖਣੀ ਹੈ ਐਗਜ਼ਾਮਪਲ ਆ ਗਈ ਇੱਥੇ ਪਾਈਨਸ ਜਿਮਨੋਸਪਰਮ ਦੇ ਵਿੱਚ। ਸੋ ਐਂਜੀਓਸਪਰਮ, ਐਂਜੀਓਸਪਰਮ ਤਾਂ ਬਹੁਤ ਹੀ ਐਡਵਾਂਸ ਗਰੁੱਪ ਹੈਗਾ ਐਂਡ ਬਿਲਕੁਲ ਉਲਟਾ ਕਰ ਦਿਓ ਕਿ ਇੱਥੇ ਜੋ ਪੌਦਿਆਂ ਦੇ ਬੀਜ ਹੁੰਦੇ ਨੇ ਉਹ ਢਕੇ ਹੋਏ ਹੁੰਦੇ ਨੇ, ਅਣਢਕੇ ਨਹੀਂ ਹੁੰਦੇ, ਢਕੇ ਹੋਏ ਹੋਣਗੇ ਇਸ ਕੇਸ ਦੇ ਵਿੱਚ। ਐਂਜੀਓਸਪਰਮ ਹੈ ਜਿਵੇਂ ਹੁਣੇ ਬੋਲਿਆ ਕਿ ਐਡਵਾਂਸ ਗਰੁੱਪ ਹੈਗਾ, ਇਹਦੇ ਵਿੱਚ ਜਿੰਨੇ ਵੀ ਫਲਾਵਰਿੰਗ ਵਾਲੇ ਪਲਾਂਟ ਆ ਜਾਂਦੇ ਨੇ ਉਹ ਸਾਰੇ ਐਂਜੀਓਸਪਰਮ ਦੇ ਵਿੱਚ ਹੀ ਆ ਜਾਂਦੇ ਨੇ ਐਂਡ ਫਲਾਵਰ ਦਾ ਡਿਟੇਲ ਸਟਰਕਚਰ ਆਪਾਂ ਪੜਾਂਗੇ ਰੀਪਰੋਡਕਸ਼ਨ ਵਾਲੇ ਚੈਪਟਰ ਦੇ ਵਿੱਚ। ਸੋ ਉੱਥੇ ਕਾਫੀ ਪੋਰਸ਼ਨ ਕਵਰ ਹੋ ਜਾਏਗਾ।
ਸੋ ਅੱਗੇ ਰਾਈਟ ਸਾਈਡ ਤੇ ਅਗਰ ਤੁਸੀਂ ਦੇਖੋ ਤਾਂ ਮੈਂ ਲਿਖਿਆ ਹੋਇਆ ਹੈਗਾ ਰੈਡਵੁੱਡ ਟਰੀ ਆਫ ਕੈਲੀਫੋਰਨੀਆ। ਅਗਰ ਤੁਸੀਂ ਐਨਸੀਈਆਰਟੀ ਬੁੱਕ 9th ਕਲਾਸ ਦਾ ਚੈਪਟਰ ਨੰਬਰ 7 ਦੇਖੋ ਤਾਂ ਉਹਦੇ ਪਹਿਲੇ ਜਾਂ ਦੂਸਰੇ ਪੇਜ ਦੇ ਉੱਪਰ ਹੀ ਇੱਕ ਦੋ ਲਾਈਨਸ ਲਿਖੀਆਂ ਹੋਈਆਂ ਨੇ, ਇੱਕ ਬਲੂ ਵੇਲ ਬਾਰੇ ਹੈ ਜੋ ਅੱਗੇ ਆਊਗੀ, ਇੱਕ ਲਿਖੀ ਹੋਈ ਹੈ ਉੱਥੇ ਰੈਡਵੁੱਡ ਟਰੀ ਦੇ ਬਾਰੇ ਜੋ ਕਿ ਪੇਪਰ ਦਾ ਐਕਸਪੈਕਟਡ ਕੁਐਸਚਨ ਹੋ ਸਕਦਾ ਹੈਗਾ। ਸੋ ਰੈਡਵੁੱਡ ਟਰੀ ਆਫ ਕੈਲੀਫੋਰਨੀਆ ਇੱਕ ਟਰੀ ਹੈਗਾ, ਕੈਲੀਫੋਰਨੀਆ ਦੇ ਵਿੱਚ ਰੈਡਵੁੱਡ ਟਰੀ ਨੂੰ ਬੋਲਿਆ ਜਾਂਦਾ ਹੈਗਾ। ਯਾਦ ਕੀ ਕਰਨਾ ਤੁਸੀਂ ਕਿ ਇਹ ਸਭ ਤੋਂ ਟਾਲੈਸਟ ਟਰੀ ਹੈ ਵਰਲਡ ਦੇ ਵਿੱਚ, ਸਭ ਤੋਂ ਜ਼ਿਆਦਾ ਟਾਲੈਸਟ ਲੰਬਾ ਟਰੀ ਕਿਹੜਾ ਹੋ ਗਿਆ ਸਾਡਾ ਰੈਡਵੁੱਡ ਟਰੀ। ਸੋ ਕਈ ਵਾਰ ਇਹਨੂੰ ਕੀ ਬੋਲਿਆ ਜਾਂਦਾ ਹੈਗਾ ਸਕੁਆਇਆ, ਸੋ ਇਹ ਨਾਮ ਵੀ ਤੁਸੀਂ ਯਾਦ ਰੱਖੋਗੇ ਸਕੁਆਇਆ। ਅਗਰ ਸਕੁਆਇਆ ਲਿਖਿਆ ਆ ਗਿਆ ਤੇ ਇਹਦਾ ਮਤਲਬ ਵੀ ਰੈਡਵੁੱਡ ਟਰੀ ਹੀ ਹੋਏਗਾ। ਐਂਡ ਇਹਦੀ ਉਚਾਈ ਕਿੰਨੀ ਹੈ, ਮਤਲਬ ਕਿੰਨੀ ਹਾਈਟ ਹੈਗੀ ਇਹਦੀ ਇਸ ਟਰੀ ਦੀ, ਤਾਂ ਕੀ ਆ ਜਾਏਗਾ 100 ਮੀਟਰ। ਸੋ ਇਹ ਛੋਟੀ ਛੋਟੀ ਇਨਫੋਰਮੇਸ਼ਨ ਹੈ ਜੋ ਕਿ ਐਨਸੀਈਆਰਟੀ ਚ ਲੁਕਾ ਕੇ ਦਿੱਤੀ ਹੋਈ ਹੈ। ਇਦਾਂ ਦੀ ਇਨਫੋਰਮੇਸ਼ਨ ਈਟੀਟੀ ਦੇ ਪੇਪਰ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਰੈਡਵੁੱਡ ਟਰੀ ਆਫ ਕੈਲੀਫੋਰਨੀਆ 100 ਮੀਟਰ ਇਹਦੀ ਹਾਈਟ ਹੈ, ਸਕੁਆਇਆ ਵੀ ਬੋਲਿਆ ਜਾਂਦਾ ਇਹਨੂੰ, ਅਤੇ ਸਭ ਤੋਂ ਟਾਲੈਸਟ ਟਰੀ ਹੈਗਾ ਵਰਲਡ ਦੇ ਵਿੱਚ। ਚਲੋ ਹੁਣ ਅਸੀਂ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਕਿੰਗਡਮ ਐਨੀਮੀਲੀਆ ਦੀ। ਸੋ ਐਨੀਮੀਲੀਆ ਜੋ ਕਿੰਗਡਮ ਹੈ ਇਹਨੂੰ ਅਸੀਂ ਅਗਰ ਡਿਵਾਈਡ ਕਰੀਏ ਤਾਂ ਫਾਈਲਮ, ਕਿੰਗਡਮ ਐਨੀਮੀਲੀਆ ਦੇ ਵਿੱਚ ਕਾਫੀ ਫਾਈਲਮ ਹੁੰਦੇ ਨੇ, ਪਰ ਜੋ ਫਾਈਲਮ ਸਾਡੇ ਇੰਪੋਰਟੈਂਟ ਦਾ ਇੱਥੇ ਜੋ ਸਾਡੇ ਪੇਪਰ ਲਈ ਇੰਪੋਰਟੈਂਟ ਹੈ ਉਹ ਹੈਗਾ ਵਰਟੇਬ੍ਰੇਟਾ। ਸੋ ਕਿੰਗਡਮ ਨੂੰ ਜਦੋਂ ਕਲਾਸੀਫਾਈ ਕਰਦੇ ਹਾਂ ਤਾਂ ਕਿੰਗਡਮ ਦੇ ਅੰਦਰ ਫਾਈਲਮ ਹੁੰਦੇ ਨੇ, ਫਾਈਲਮ ਤੋਂ ਬਾਅਦ ਕਲਾਸ ਆਉਂਦੀ ਹੈ, ਅਸੀਂ ਪਾਰਟ 1 ਦੇ ਵਿੱਚ ਦੇਖ ਕੇ ਆਏ ਹਾਂ। ਸੋ ਪਲੀਜ਼ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਪਹਿਲਾਂ ਪਾਰਟ 1 ਜ਼ਰੂਰ ਦੇਖ ਲਓ। ਸੋ ਜੋ ਕਿੰਗਡਮ ਐਨੀਮੀਲੀਆ ਕੇ ਇਹਦੇ ਅੰਦਰ ਕਾਫੀ ਫਾਈਲਮ ਨੇ, ਸਾਡੇ ਲਈ ਇੰਪੋਰਟੈਂਟ ਫਾਈਲਮ ਕੀ ਹੈ, ਸਾਡੇ ਪੇਪਰ ਦਾ ਇੰਪੋਰਟੈਂਟ ਫਾਈਲਮ ਹੈ ਵਰਟੇਬ੍ਰੇਟਾ। ਸੋ ਲਿਖਿਆ ਹੋਇਆ ਰੀੜਧਾਰੀ ਜੰਤੂ। ਜੋ ਵਰਟੇਬ੍ਰੇਟਾ ਦੇ ਵਿੱਚ ਐਨੀਮਲ ਆਉਣਗੇ ਉਹਨਾਂ ਕੋਲ ਵਰਟੇਬ੍ਰੇਟ ਕਾਲਮ ਹੋਏਗਾ। ਅਗਰ ਮੈਂ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਕਹਾਂ ਕਿ ਰੀੜ ਦੀ ਹੱਡੀ ਸਪਾਈਨਲ ਕੋਡ ਹੋਏਗੀ, ਤਾਂ ਹੀ ਇਹਨਾਂ ਨੂੰ ਰੀੜਧਾਰੀ ਜੰਤੂ ਬੋਲਿਆ ਜਾਂਦਾ ਹੈਗਾ। ਸੋ ਵਰਟੇਬ੍ਰੇਟ ਫਾਈਲਮ ਨੂੰ ਅਗਰ ਅੱਗੇ ਅਸੀਂ ਡਿਵਾਈਡ ਕਰੀਏ ਤਾਂ 5 ਕਲਾਸਿਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲਾ ਆ ਗਿਆ ਪਾਈਸਿਸ, ਇਸ ਤੋਂ ਬਾਅਦ ਐਮਫੀਬੀਆ, ਫਿਰ ਰੈਪਟੀਲੀਆ, ਫੋਰਥ ਏਵਸ, ਲਾਸਟ ਮੈਮੀਲੀਆ। ਹਿਊਮਨ ਬੀਇੰਗ ਮਤਲਬ ਅਸੀਂ ਲਾਸਟ ਵਾਲੇ ਦੇ ਵਿੱਚ ਆਵਾਂਗੇ ਮੈਮੀਲੀਆ ਦੇ ਵਿੱਚ। ਸੋ ਇੱਥੇ ਅਗਰ ਇਸ ਸਲਾਈਡ ਦੇ ਵਿੱਚ ਅਸੀਂ ਪੜਾਂਗੇ ਪਾਈਸਿਸ ਦੇ ਬਾਰੇ ਥੋੜਾ ਡਿਟੇਲ ਦੇ ਵਿੱਚ। ਸੋ ਜੋ ਪਹਿਲੀ ਕਲਾਸ ਹੈ ਪਾਈਸਿਸ, ਇਹਦੇ ਵਿੱਚ ਕੀ ਆਉਂਦਾ ਹੈ, ਇਹਦੇ ਵਿੱਚ ਆਉਂਦੀਆਂ ਨੇ ਫਿਸ਼ਸ, ਮੱਛੀਆਂ। ਜੋ ਫਿਸ਼ਸ ਹੁੰਦੀਆਂ ਨੇ ਉਹ ਗਲਫੜਿਆਂ ਰਾਹੀਂ ਜਾਂ ਕਹਿ ਲਓ ਗਿਲਸ ਦੇ ਰਾਹੀਂ ਜੋ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਹੈ ਉਹ ਲੈਂਦੀਆਂ ਨੇ। ਸੋ ਕਾਹਦਾ ਯੂਜ਼ ਕਰਦੀਆਂ ਨੇ ਆਕਸੀਜਨ ਦੇ ਲਈ, ਗਿਲਸ ਦਾ ਜਾਂ ਗਲਫੜਿਆਂ ਦਾ। ਸੋ ਇਹ ਜਿੰਨੀਆਂ ਵੀ ਫਿਸ਼ਸ ਹੋਣਗੀਆਂ ਇਹ ਕੋਲਡ ਬਲੱਡਡ ਐਨੀਮਲ ਹੁੰਦੇ ਨੇ, ਠੰਡੇ ਲਹੂ ਵਾਲੇ ਪ੍ਰਾਣੀ ਹੁੰਦੇ ਨੇ। ਮਤਲਬ ਇਹ ਆਪਣੇ ਬਾਡੀ ਦੇ ਟੈਂਪਰੇਚਰ ਨੂੰ ਕਾਂਸਟੈਂਟ ਜਾਂ ਮੇਨਟੇਨ ਨਹੀਂ ਰੱਖ ਸਕਦੇ। ਜਿਵੇਂ ਅਸੀਂ ਹਿਊਮਨ ਬੀਇੰਗ, ਸਾਡਾ ਹਿਊਮਨ ਬਾਡੀ ਟੈਂਪਰੇਚਰ ਹੁੰਦਾ ਹੈਗਾ 37 ਡਿਗਰੀ ਸੈਲਸੀਅਸ, ਅਤੇ ਇਹਨੂੰ ਅਸੀਂ ਕਾਂਸਟੈਂਟ ਜਾਂ ਕਹਿ ਲਓ ਮੇਨਟੇਨ ਕਰਕੇ ਰੱਖ ਸਕਦੇ ਹਾਂ, ਤਾਂ ਕਰਕੇ ਅਸੀਂ ਹੋ ਗਏ ਵਾਰਮ ਬਲੱਡਡ ਐਨੀਮਲ, ਵਾਰਮ ਬਲੱਡਡ ਐਨੀਮਲ। ਬਟ ਜੋ ਇਹ ਹੁੰਦੇ ਨੇ ਫਿਸ਼ਸ ਵਗੈਰਾ, ਜੋ ਪਾਈਸਿਸ ਦੇ ਜੋ ਮੈਂਬਰ ਹੁੰਦੇ ਨੇ, ਇਹ ਕੀ ਹੁੰਦੇ ਨੇ, ਕੋਲਡ ਬਲੱਡਡ ਐਨੀਮਲਸ, ਠੰਡੇ ਲਹੂ ਵਾਲੇ ਪ੍ਰਾਣੀ। ਸੋ ਇਹਨਾਂ ਦਾ ਜੋ ਦਿਲ ਹੁੰਦਾ ਹੈ 2 ਚੈਂਬਰਡ ਹੁੰਦਾ ਹੈਗਾ, ਜਿਵੇਂ ਸਾਡਾ ਹਿਊਮਨ ਬੀਇੰਗ ਦਾ ਜੋ ਦਿਲ ਹੁੰਦਾ ਉਹ 4 ਚੈਂਬਰਡ ਹੁੰਦਾ, ਅੱਗੇ ਪੜਾਂਗੇ। ਸੋ ਇਹਨਾਂ ਦਾ ਹਾਰਟ ਹੋ ਗਿਆ 2 ਚੈਂਬਰਡ ਹਾਰਟ। ਸੋ ਐਗਜ਼ਾਮਪਲਸ ਕੀ ਆ ਗਈਆਂ, ਐਗਜ਼ਾਮਪਲ ਲਿਖੀਆਂ ਹੋਈਆਂ ਨੇ, ਮੈਂ ਸਿਰਫ ਇੰਪੋਰਟੈਂਟ ਹੀ ਲਿਖੀਆਂ ਨੇ। ਸੀ ਹਾਰਸ, ਸੋ ਪਹਿਲੀ ਐਗਜ਼ਾਮਪਲ ਹੈ ਸੀ ਹਾਰਸ, ਇਹਨੂੰ ਬੋਲਿਆ ਜਾਂਦਾ ਹੈਗਾ ਸੀ ਹਾਰਸ। ਅਤੇ ਦੂਸਰੀ ਐਗਜ਼ਾਮਪਲ ਹੈ ਰੋਹੂ, ਸੋ ਇਹ ਆ ਗਈ ਮੱਛੀ ਰੋਹੂ। ਸੋ ਆਈ ਹੋਪ ਇਹਨਾਂ ਤੁਸੀਂ ਯਾਦ ਕਰ ਲਿਓ ਤੇ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਲੈਕਚਰ ਦਾ। ਬਸ ਇਹੀ ਇੰਪੋਰਟੈਂਟ ਹੈ ਪਾਈਸਿਸ ਗਰੁੱਪ ਦੇ ਬਾਰੇ, ਪਾਈਸਿਸ ਕਲਾਸ ਦੇ ਬਾਰੇ। ਸਾਡੀ ਸੈਕੰਡ ਕਲਾਸ ਹੈ ਐਮਫੀਬੀਆ। ਸੋ ਐਮਫੀਬੀਆ ਦੇ ਵਿੱਚ ਜੋ ਵੀ ਐਨੀਮਲ ਹੋਣਗੇ ਉਹਨਾਂ ਦੇ ਦਿਲ ਦੇ 3 ਖਾਨੇ ਹੋਣਗੇ, ਮੀਨ 3 ਚੈਂਬਰਡ ਹਾਰਟ ਸਾਨੂੰ ਵੇਖਣ ਨੂੰ ਮਿਲੇਗਾ। ਪਾਈਸਿਸ ਦੇ ਵਿੱਚ ਅਸੀਂ ਪੜਿਆ ਸੀ 2 ਚੈਂਬਰਡ ਹਾਰਟ। ਸੋ ਇਸ ਤੋਂ ਬਾਅਦ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਤੇ ਕਰੈਕਟਰਿਸਟਿਕ ਹੈ ਐਮਫੀਬੀਆ ਦੀ, ਉਹ ਹੈਗੀ ਆ ਕਿ ਇਹਦੇ ਵਿੱਚ ਜੋ ਰੈਸਪਾਇਰੇਸ਼ਨ ਹੈ ਇਹ ਗਿਲਸ ਦੇ ਥਰੂ ਵੀ ਹੋ ਸਕਦੀ ਹੈ ਜਾਂ ਲੰਗਸ ਦੇ ਥਰੂ ਹੁੰਦੀ ਹੈ। ਜੋ ਸਾਹ ਕੀ ਰਹੇਗੀ ਉਹ ਗਲਫੜਿਆਂ ਰਾਹੀਂ ਵੀ ਹੋ ਸਕਦੀ ਹੈ ਤੇ ਫੇਫੜਿਆਂ ਰਾਹੀਂ ਵੀ ਹੋ ਸਕਦੀ ਹੈ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਐਮਫੀਬੀਆ ਗਰੁੱਪ ਦੇ ਐਨੀਮਲ ਦੇ ਬਾਰੇ, ਐਮਫੀਬੀਆ ਗਰੁੱਪ ਦੇ ਵਿੱਚ ਜਿੰਨੇ ਵੀ ਜੰਤੂ ਆਉਣਗੇ ਉਹਨਾਂ ਦੇ ਬਾਰੇ। ਇਸ ਤੋਂ ਇਲਾਵਾ ਕੁਝ ਕਾਮਨ ਪੁਆਇੰਟ ਹੁੰਦੇ ਨੇ ਕਿ ਅੰਡੇ ਦਿੰਦੇ ਨੇ, ਐਗਸ ਦਿੰਦੇ ਨੇ। ਸੋ ਬਹੁਤ ਕਾਮਨ ਜਿਹੇ ਪੁਆਇੰਟ ਨੇ, ਉਹਨਾਂ ਬਾਰੇ ਪੇਪਰ ਦੇ ਵਿੱਚ ਕੁਐਸਚਨ ਨਹੀਂ ਪੁੱਛਿਆ ਜਾਵੇਗਾ। ਐਗਜ਼ਾਮਪਲਸ, ਅਗਰ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਫਰੋਗ, ਜੋ ਸਭ ਤੋਂ ਕਾਮਨ ਐਗਜ਼ਾਮਪਲ ਹੈ ਉਹ ਹੈਗੀ ਆ ਫਰੋਗ, ਡੱਡੂ।
ਜੋ ਆਪਾਂ ਆਮ ਘਰਾਂ ਦੇ ਵਿੱਚ ਜਾਂ ਆਲੇ ਦੁਆਲੇ ਵੇਖਦੇ ਹਾਂ ਫਰੋਗ, ਐਂਡ ਉਹਦਾ ਵੀ ਇੱਕ ਨਾਮ ਹੁੰਦਾ ਗਾ ਜੋ ਕਿ ਕਾਮਨ ਫਰੋਗ, ਜੋ ਕਿ ਜ਼ਿਆਦਾ ਮਸ਼ਹੂਰ ਹੈ, ਉਹ ਹੈਗਾ ਗਾ ਰਾਣਾ, RANA। ਇਸ ਤੋਂ ਇਲਾਵਾ ਹੋਰ ਇਸ ਕਲਾਸ ਦੇ ਵਿੱਚ ਹੋਰ ਕਿਹੜੇ ਜੰਤੂ ਆ ਜਾਣਗੇ? ਸੈਲਾਮੈਂਡਰ। ਡਾਇਗ੍ਰਾਮ ਤੁਸੀਂ ਦੇਖ ਸਕਦੇ ਹੋ ਸੈਲਾਮੈਂਡਰ। ਰਾਈਟ ਸਾਈਡ ਤੇ ਮੈਂ ਕੁਝ ਲਿਖਿਆ ਹੋਇਆ ਹੈ ਕਿ ਸਾਨੂੰ ਸਭ ਨੂੰ ਇਹ ਲੱਗਦਾ ਕਿ ਸ਼ਾਇਦ ਫਰੋਗ ਜਾਂ ਡੱਡੂ ਜ਼ਹਿਰੀਲੇ ਨਹੀਂ ਹੁੰਦੇ, ਬਟ ਫਰੋਗ ਦੀਆਂ ਕੁਝ ਵੈਰਾਈਟੀਜ਼ ਕਾਫੀ ਪੋਇਜ਼ਨ ਨਾਲ ਹੋ ਸਕਦੀਆਂ ਨੇ, ਜਿਵੇਂ ਤੁਸੀਂ ਡਾਇਗ੍ਰਾਮ ਦੇ ਵਿੱਚ ਦੇਖ ਸਕਦੇ ਹੋ। ਇਹਨੂੰ ਬੋਲਿਆ ਜਾਂਦਾ ਹੈ ਡਾਰਟ ਫਰੋਗ ਜਾਂ 골ਡਨ ਪੋਇਜ਼ਨ ਡਾਰਟ ਫਰੋਗ, ਐਂਡ ਇਹ ਕਾਫੀ ਜ਼ਿਆਦਾ ਇਹਦੇ ਵਿੱਚ ਪੋਇਜ਼ਨ ਹੁੰਦਾ ਗਾ। ਕਿੰਨਾ ਜ਼ਿਆਦਾ ਹੁੰਦਾ ਗਾ ਕਿ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਇਹਦਾ, ਅਗਰ ਮੈਂ ਇਹਦੀ ਸਕਿਨ ਦੇ ਵਿੱਚੋਂ 1 ਗ੍ਰਾਮ ਪੋਇਜ਼ਨ ਲੈ ਲਾਂ ਤਾਂ ਉਹਦੇ ਨਾਲ 1 ਲੱਖ ਲੋਕ ਮਰ ਸਕਦੇ ਨੇ। ਸੋ ਇਮੇਜਿਨ ਕਰਕੇ ਦੇਖੋ ਕਿ ਕੁਝ ਵੈਰਾਈਟੀਜ਼ ਜਿਹੜੀਆਂ ਹੈਗੀਆਂ ਨੇ ਫਰੋਗ ਦੀਆਂ, ਉਹ ਕਾਫੀ ਜ਼ਹਿਰੀਲੀਆਂ ਵੀ ਹੁੰਦੀਆਂ ਨੇ। ਐਮਫੀਬੀਆ ਨੂੰ ਖਤਮ ਕਰਨ ਤੋਂ ਬਾਅਦ ਹੁਣ ਅਸੀਂ ਵੱਧਦੇ ਹਾਂ ਰੈਪਟੀਲੀਆ ਵੱਲ। ਰੈਪਟੀਲੀਆ ਸਾਡੀ ਕਲਾਸ ਹੈਗੀ ਆ ਕਲਾਸ 3rd। ਸੋ ਇਹਦੇ ਵਿੱਚ ਜਿੰਨੇ ਵੀ ਐਨੀਮਲ ਆ ਗਏ ਉਹ ਹੋਣਗੇ ਕੋਲਡ ਬਲੱਡਡ ਐਨੀਮਲ, ਮਤਲਬ ਠੰਡੇ ਲਹੂ ਵਾਲੇ ਜੰਤੂ। ਸੋ ਹੁਣ ਤੱਕ ਤਿੰਨੋਂ ਜੋ ਅਸੀਂ ਪੜ੍ਹੀਆਂ ਨੇ ਕਲਾਸਿਸ, ਪਾਈਸਿਸ, ਐਮਫੀਬੀਆ, ਰੈਪਟੀਲੀਆ, ਤਿੰਨਾਂ ਦੇ ਵਿੱਚ ਜੋ ਜੰਤੂ ਹੁੰਦੇ ਨੇ ਉਹ ਕੋਲਡ ਬਲੱਡਡ ਐਨੀਮਲ ਹੀ ਹੋਣਗੇ। ਨੰਬਰ 2, ਇਹ ਫੇਫੜਿਆਂ ਜਾਂ ਲੰਗਸ ਰਾਹੀਂ ਸਾਹ ਲੈਂਦੇ ਨੇ। ਪਾਈਸਿਸ ਦੇ ਵਿੱਚ ਗਿਲਸ ਦੇ ਰਾਹੀਂ, ਐਮਫੀਬੀਆ ਦੇ ਵਿੱਚ ਗਿਲਸ ਰਾਹੀਂ ਵੀ ਸਾਹ ਲੈ ਸਕਦੇ ਨੇ ਜੰਤੂ, ਰੈਸਪਾਇਰੇਸ਼ਨ ਕਰ ਸਕਦੇ ਨੇ, ਲੰਗਸ ਰਾਹੀਂ ਵੀ ਕਰ ਸਕਦੇ ਨੇ। 3rd ਦੇ ਵਿੱਚ ਰੈਪਟੀਲੀਆ ਦੇ ਵਿੱਚ ਸਿਰਫ ਔਰ ਸਿਰਫ ਕਾਦੇ ਰਾਹੀਂ? ਲੰਗਸ ਦੇ ਰਾਹੀਂ ਇਹ ਸਾਹ ਲੈਣਗੇ। ਉਸ ਤੋਂ ਬਾਅਦ ਪੁਆਇੰਟ ਨੰਬਰ 3rd, ਇਹਨਾਂ ਦੇ ਵਿੱਚ ਜੋ ਦਿਲ ਹੁੰਦਾ ਗਾ ਉਹਦੇ 3 ਖਾਨੇ ਹੁੰਦੇ ਨੇ, ਐਂਡ ਐਮਫੀਬੀਆ ਦੇ ਵਾਂਗ। ਬਟ ਇੱਥੇ ਇੱਕ ਐਕਸੈਪਸ਼ਨ ਹੈ, ਐਕਸੈਪਸ਼ਨ ਹੀ ਪੇਪਰ ਦੇ ਵਿੱਚ ਹਮੇਸ਼ਾ ਪੁੱਛੀ ਜਾਂਦੀ ਹੈ। ਐਕਸੈਪਸ਼ਨ ਕੀ ਆ ਇੱਥੇ ਕਿ ਜੋ ਕ੍ਰੋਕੋਡਾਈਲ ਹੁੰਦਾ ਗਾ, ਜੋ ਮਗਰਮੱਛ ਹੁੰਦਾ ਗਾ, ਜੋ ਉਹਦਾ ਦਿਲ ਹੁੰਦਾ ਉਹ 4 ਖਾਨੇ ਵਾਲਾ ਹੁੰਦਾ ਗਾ। ਕ੍ਰੋਕੋਡਾਈਲ ਹੈਜ਼ 4 ਚੈਂਬਰਡ ਹਾਰਟ। ਇਹੀ ਇੰਪੋਰਟੈਂਟ ਹੈ। ਕਈ ਵਾਰ ਸਾਨੂੰ ਇਹ ਲੱਗਦਾ ਕਿ ਕ੍ਰੋਕੋਡਾਈਲ ਰੈਪਟੀਲੀਆ ਦੇ ਵਿੱਚ ਆਉਂਦਾ ਗਾ ਤਾਂ ਇਹਦੇ ਵਿੱਚ ਸਿਰਫ ਇਹਦੇ 3 ਚੈਂਬਰਡ ਹਾਰਟ ਹੀ ਹੋਏਗਾ ਕ੍ਰੋਕੋਡਾਈਲ ਦੇ ਵਿੱਚ, ਬਟ ਇਹ ਐਕਸੈਪਸ਼ਨ ਹੈ, ਕੁਝ ਅਲੱਗ ਜਿਹਾ ਪੁਆਇੰਟ ਹੈਗਾ ਕਿ ਕ੍ਰੋਕੋਡਾਈਲ ਦੇ ਵਿੱਚ 4 ਚੈਂਬਰਡ ਹਾਰਟ ਸਾਨੂੰ ਦੇਖਣ ਨੂੰ ਮਿਲੂਗਾ। ਰੈਪਟੀਲੀਅਨ ਦੀਆਂ ਐਗਜ਼ਾਮਪਲਸ ਕੀ ਆ ਗਈਆਂ? ਮੋਸਟ ਕਾਮਨ ਕੀ ਆ ਗਈ ਇਹਦੇ ਵਿੱਚ? ਸਨੇਕ। ਸਨੇਕ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਅਸੀਂ ਡਾਇਗ੍ਰਾਮ ਦੇਖ ਸਕਦੇ ਹੋ, ਕੋਬਰਾ ਤੇ ਇੱਕ ਸੱਪ ਹੈਗਾ। ਇਸ ਤੋਂ ਇਲਾਵਾ ਰੈਟੀਕੂਲੇਟਡ ਪਾਈਥਨ। ਸੋ ਪਾਈਥਨ ਬਾਰੇ ਪੇਪਰ ਦੇ ਵਿੱਚ ਕਾਫੀ ਵਾਰ ਕੁਐਸਚਨ ਪੁੱਛਿਆ ਗਿਆ ਹੈਗਾ। ਸੋ 2-3 ਚੀਜ਼ਾਂ ਪਲੀਜ਼ ਦਿਮਾਗ ਦੇ ਵਿੱਚ ਨੋਟ ਕਰ ਲਿਓ ਜਾਂ ਕਿਤੇ ਲਿਖ ਕੇ ਰੱਖ ਲਓ ਪਾਈਥਨ ਦੇ ਬਾਰੇ, ਕਿ ਇੱਕ ਤਾਂ ਇਹ ਸਭ ਤੋਂ ਲੌਂਗੈਸਟ ਸਨੇਕ ਹੁੰਦਾ ਹੈਗਾ ਵਰਲਡ ਦੇ ਵਿੱਚ। ਦੁਨੀਆ ਦੇ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਲੰਬਾ ਲੌਂਗੈਸਟ ਸਨੇਕ ਕਿਹੜਾ ਆ ਗਿਆ? ਪਾਈਥਨ। ਤੇ ਕਿ ਜ਼ਹਿਰੀਲਾ ਵੀ ਨਹੀਂ ਹੁੰਦਾ, ਇਹ ਨॉन ਪੋਇਜ਼ਨ ਵਾਲਾ ਹੁੰਦਾ ਹੈਗਾ। ਉੱਪਰ ਡਾਇਗ੍ਰਾਮ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਮਨ ਜਿਹਾ ਪੁਆਇੰਟ ਹੈ, ਐਮਫੀਬੀਆ ਦੇ ਵਾਂਗ ਰੈਪਟੀਲੀਆ ਵੀ ਕੀ ਰਿਲੀਜ਼ ਕਰਦੇ ਨੇ, ਕੀ ਦਿੰਦੇ ਨੇ? ਐਗ। ਸੋ ਇਹ ਕਾਫੀ ਕਾਮਨ ਪੁਆਇੰਟ ਨੇ। ਸੋ ਪਲੀਜ਼ ਪਾਈਥਨ ਦੇ ਬਾਰੇ, ਇਸ ਸਲਾਈਡ ਦੇ ਵਿੱਚ ਪਾਈਥਨ ਦੇ ਬਾਰੇ ਕਾਫੀ ਇੰਪੋਰਟੈਂਟ ਸੀਗਾ, ਉਹਨੂੰ ਯਾਦ ਰੱਖਣਾ। ਐਂਡ ਇੱਕ ਹੋਰ ਜੋ ਇੰਪੋਰਟੈਂਟ ਸੀਗਾ ਉਹ ਸੀਗਾ ਕ੍ਰੋਕੋਡਾਈਲ ਦੇ ਬਾਰੇ, ਕਿ ਕ੍ਰੋਕੋਡਾਈਲ ਦੇ ਵਿੱਚ ਜੋ ਹਾਰਟ ਹੁੰਦਾ ਗਾ, ਜੋ ਦਿਲ ਹੁੰਦਾ ਗਾ, ਉਹਦੇ ਵਿੱਚ 4 ਖਾਨੇ ਹੁੰਦੇ ਨੇ। ਕ੍ਰੋਕੋਡਾਈਲ ਹੈਜ਼ 4 ਚੈਂਬਰਡ ਹਾਰਟ। ਸੋ ਹੁਣ ਵਾਰੀ ਆਉਂਦੀ ਹੈ 4th ਕਲਾਸ ਦੀ, ਜੋ ਹੈ ਏਵਸ। ਸੋ ਪਹਿਲਾਂ ਦੇਖ ਲੈਂਦੇ ਹਾਂ ਕੁਝ ਕਾਮਨ ਪੁਆਇੰਟ। ਇਹਦੇ ਵਿੱਚ ਜੋ ਵੀ ਐਨੀਮਲ ਹੋਣਗੇ ਉਹ ਸਮਤਾਪੀ ਜੰਤੂ ਹੋਣਗੇ, ਮਤਲਬ ਵਾਰਮ ਬਲੱਡਡ ਐਨੀਮਲ ਹੋਣਗੇ। ਹੁਣ ਤੱਕ ਅਸੀਂ ਤਿੰਨੋਂ ਕਲਾਸਿਸ ਦੇ ਵਿੱਚ 3 ਕਲਾਸਾਂ ਕਵਰ ਕੀਤੀਆਂ, ਐਂਡ ਉਹਨਾਂ ਦੇ ਵਿੱਚ ਜਿੰਨੇ ਵੀ ਜੰਤੂ ਆਉਣਗੇ, ਜਿੰਨੇ ਵੀ ਐਨੀਮਲ ਆਉਣਗੇ, ਉਹ ਕੋਲਡ ਬਲੱਡਡ ਐਨੀਮਲ ਸੀਗੇ। ਬਟ ਏਵਸ ਦੇ ਵਿੱਚ ਕੀ ਹੋ ਗਏ? ਵਾਰਮ ਬਲੱਡਡ ਐਨੀਮਲ, ਮਤਲਬ ਸਮਤਾਪੀ ਜੰਤੂ, ਕਿ ਇਹ ਆਪਣੀ ਬਾਡੀ ਦੇ ਟੈਂਪਰੇਚਰ ਨੂੰ ਮੇਨਟੇਨ ਕਰ ਸਕਦੇ ਆ, ਕਾਂਸਟੈਂਟ ਰੱਖ ਸਕਦੇ ਆ। ਇਸ ਤੋਂ ਬਾਅਦ ਇਹ ਲੰਗਸ ਰਾਹੀਂ ਸਾਹ ਲੈਂਦੇ ਨੇ, ਫੇਫੜਿਆਂ ਰਾਹੀਂ ਸਾਹ ਲੈਂਦੇ ਨੇ, ਨੋ ਡਾਊਟ ਅਬਾਊਟ ਇਟ। ਇਹਨਾਂ ਦਾ ਦਿਲ ਵੀ 4 ਖਾਨਿਆਂ ਵਾਲਾ ਹੁੰਦਾ ਹੈ, 4 ਚੈਂਬਰਡ ਹਾਰਟ। ਇਹ ਜਿੰਨੇ ਵੀ ਤਿੰਨੋਂ ਪੁਆਇੰਟ ਮੈਂ ਤੁਹਾਨੂੰ ਦੱਸੇ ਨੇ, ਇਹੀ ਤਿੰਨੋਂ ਪੁਆਇੰਟ ਸਾਡੀ ਅਗਲੀ ਕਲਾਸ ਮੈਮੀਲੀਆ ਦੇ ਵਿੱਚ ਵੀ ਕਵਰ ਹੋਣਗੇ। ਸੇਮ ਪੁਆਇੰਟ ਹੀ ਅਸੀਂ ਉੱਥੇ ਲੈ ਕੇ ਚੱਲਾਂਗੇ। ਸੋ ਇੱਥੇ ਇਹਨਾਂ ਨੂੰ ਧਿਆਨ ਨਾਲ ਦੇਖ ਲਓ ਇੱਕ ਵਾਰ। ਐਗਜ਼ਾਮਪਲ, ਆਲ ਬਰਡ, ਸਾਰੇ ਪੰਛੀ ਕਾਦੇ ਵਿੱਚ ਆ ਜਾਂਦੇ ਨੇ? ਏਵਸ ਦੇ ਵਿੱਚ। ਜਿਵੇਂ ਤੁਸੀਂ ਦੇਖ ਰਹੇ ਹੋ ਉੱਪਰ, ਆਸਟ੍ਰਿਚ, ਸ਼ੁਤਰਮੁਰਗ ਇਹਨੂੰ ਬੋਲਦੇ ਆ। ਇਹਨੂੰ ਅਸੀਂ ਸੈੱਲ ਵਾਲੇ ਚੈਪਟਰ ਦੇ ਵਿੱਚ ਵੀ ਦੇਖਿਆ ਸੀਗਾ ਡਾਇਗ੍ਰਾਮ ਦੇ ਨਾਲ। ਸੈੱਲ ਚੈਪਟਰ ਦੀ ਇੱਕ ਪੂਰੀ ਵੀਡੀਓ ਬਣਾਈ ਹੋਈ ਹੈ ਜੋ ਕਿ ਪਲੇਲਿਸਟ ਦੇ ਵਿੱਚ ਪਈ ਹੈ। ਸੈੱਲ ਚੈਪਟਰ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ। ਸ਼ੁਤਰਮੁਰਗ, ਇਹਦੇ ਬਾਰੇ ਕੀ ਗੱਲ ਫੇਮਸ ਸੀ ਕਿ ਜੋ ਆਸਟ੍ਰਿਚ ਐਗ ਹੁੰਦਾਗਾ ਉਹ ਕੀ ਹੁੰਦਾਗਾ? ਲਾਰਜੈਸਟ ਸੈੱਲ ਹੁੰਦਾ, ਸਭ ਤੋਂ ਵੱਡਾ ਸੈੱਲ ਕੀ ਹੁੰਦਾਗਾ? ਸ਼ੁਤਰਮੁਰਗ ਦਾ ਆਂਡਾ, ਆਸਟ੍ਰਿਚ ਐਗ। ਇਸ ਤੋਂ ਬਾਅਦ ਜੋ ਹੈਨ ਆ ਗਈ, ਮੁਰਗੀ ਆ ਗਈ, ਇਹ ਵੀ ਏਵਸ ਦੇ ਵਿੱਚ ਆਉਂਦੀ ਹੈ।
ਚਲੋ ਹੁਣ ਆਪਣਾ ਕੁਐਸਚਨ ਆ ਗਿਆ ਕਿ ਮੁਰਗਾ ਆਈ ਜਾਂ ਆਂਡਾ ਪਹਿਲਾਂ ਆਇਆ, ਮੋਸਟ ਡਿਮਾਂਡਿੰਗ ਕੁਐਸਚਨ। ਅਸਲ ਦੇ ਵਿੱਚ ਇਸ ਕੁਐਸਚਨ ਦਾ ਆਨਸਰ ਐਵੋਲੂਸ਼ਨ ਜੀਵ ਵਿਕਾਸ ਚੈਪਟਰ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਮਿਲ ਸਕਦਾ ਹੈ ਸਾਨੂੰ, ਜੋ ਕਿ 10th ਕਲਾਸ ਦਾ ਆਪਣਾ ਚੈਪਟਰ ਹੈ ਹੈਰੀਡਿਟੀ ਐਂਡ ਐਵੋਲੂਸ਼ਨ, ਉੱਥੇ ਪੜਾਂਗੇ। ਬਟ ਇੱਥੇ ਮੈਂ ਬਰੀਫ ਦੱਸਣ ਦੀ ਕੋਸ਼ਿਸ਼ ਕਰੂੰਗਾ ਜਲਦੀ ਕਿਉਂਕਿ ਜ਼ਿਆਦਾ ਡਿਟੇਲ ਅਗਰ ਅਸੀਂ ਇੱਥੇ ਕਰਦੇ ਹਾਂ ਤਾਂ ਬਹੁਤ ਲੰਬਾ ਲੈਕਚਰ ਹੋਏਗਾ ਇਹ। ਸੋ ਐਵੋਲੂਸ਼ਨ ਜੀਵ ਵਿਕਾਸ ਦੇ ਵਿੱਚ ਕੀ ਦੱਸਿਆ ਜਾਂਦਾ ਕਿ ਜੋ ਡਿਫਰੈਂਟ ਆਰਗੇਨਿਜ਼ਮ ਨੇ ਉਹ ਕਿਵੇਂ ਇਵੋਲਵ ਹੋਏ, ਮਤਲਬ ਕੋਈ ਆਰਗੇਨਿਜ਼ਮ ਪੁਰਾਣੇ ਆਰਗੇਨਿਜ਼ਮ ਤੋਂ ਕਿਵੇਂ ਬਣਿਆ, ਮਤਲਬ ਪੂਰੀ ਹਿਸਟਰੀ ਹੁੰਦੀ ਹੈ ਐਵੋਲੂਸ਼ਨ ਜੀਵ ਵਿਕਾਸ ਦੇ ਵਿੱਚ ਟੋਟਲੀ। ਮਤਲਬ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਸ ਆਰਗੇਨਿਜ਼ਮ ਦੀ ਹਿਸਟਰੀ ਕੀ ਹੈ, ਕਿਵੇਂ ਆਇਆ, ਕਿਵੇਂ ਇਵੋਲਵ ਹੋਇਆ, ਕਿਵੇਂ ਇਹਦੇ ਵਿੱਚ ਚੇਂਜਸ ਆਈਆਂ। ਸੋ ਅਗਰ ਮੈਂ ਐਨੀਮੀਲੀਆ ਦੀਆਂ ਸਿਰਫ 5 ਕਲਾਸਾਂ ਦੀ ਗੱਲ ਕਰਾਂ, ਜਿਵੇਂ ਪਹਿਲੀ ਦੇਖੋ ਕੀ ਆ ਗਈ, ਕੀ ਲਿਖਿਆ ਹੋਇਆ ਇੱਥੇ, ਪਾਈਸਸ, ਉਸ ਤੋਂ ਬਾਅਦ ਐਮਫੀਬੀਆ, ਉਸ ਤੋਂ ਬਾਅਦ ਰੈਪਟੀਲੀਆ। ਸੋ ਪਾਈਸਸ ਤੋਂ ਇਵੋਲਵ ਹੋ ਕੇ ਕੀ ਬਣੇ ਨੇ ਐਮਫੀਬੀਆ। ਅਗਰ ਮੈਂ ਗੱਲ ਕਰਾਂ ਕਿ ਮੱਛੀਆਂ ਵਗੈਰਾ ਤੋਂ ਕੀ ਬਣੇ ਨੇ ਫਰੌਗ ਵਗੈਰਾ ਜਾਂ ਹੋਰ ਜੀਵ ਇਦਾਂ ਦੇ ਜੋ ਕਿ ਐਮਫੀਬੀਆ ਕਲਾਸ ਦੇ ਮੈਂਬਰ ਨੇ। ਹਾਲਾਂਕਿ ਇਹ ਸਾਰਾ ਕੁਝ ਇੱਕ ਦਿਨ ਦੇ ਵਿੱਚ ਨਹੀਂ ਹੋਇਆ, ਇਹ ਸਾਰੀਆਂ ਚੀਜ਼ਾਂ ਹੋਣ ਦੇ ਲਈ ਲੱਖਾਂ ਕਰੋੜਾਂ ਸਾਲ ਲੱਗੇ ਨੇ, ਐਂਡ ਇਹੀ ਜੀਵ ਵਿਕਾਸ ਵਾਲੇ ਚੈਪਟਰ ਦੇ ਵਿੱਚ ਸਾਨੂੰ ਸਮਝਾਇਆ ਜਾਏਗਾ। ਸੋ ਪੀਸਿਸ ਤੋਂ ਬਾਅਦ ਇਵੋਲਵ ਹੋ ਕੇ ਕੀ ਬਣੇ, ਪਾਈਸਿਸ ਤੋਂ ਬਾਅਦ ਇਵੋਲਵ ਹੋ ਕੇ ਕੀ ਬਣੇ ਐਮਫੀਬੀਆ, ਐਮਫੀਬੀਆ ਤੋਂ ਬਾਅਦ ਕੀ ਬਣਿਆ ਰੈਪਟੀਲੀਆ। ਸੋ ਰੈਪਟੀਲੀਆ ਤੋਂ ਬਾਅਦ ਇਹ ਮੰਨਿਆ ਜਾਂਦਾ ਕਿ ਜੋ ਵਿਕਾਸ ਹੈ ਉਸ ਤੋਂ ਬਾਅਦ ਉਹ ਦੋ ਦਿਸ਼ਾ ਵੱਲ ਗਿਆ। ਇੱਕ ਤਾਂ ਰੈਪਟੀਲੀਆ ਤੋਂ ਇਵੋਲਵ ਹੋ ਕੇ ਕੀ ਬਣੇ ਏਵਸ ਪੰਛੀ, ਇੱਕ ਹੀ ਬਣੇ ਮੈਮੀਲੀਆ, ਜਿਵੇਂ ਅਸੀਂ ਹਿਊਮਨ, ਅਸੀਂ ਕਾਹਦੇ ਵਿੱਚ ਆਉਂਦੇ ਹਾਂ ਮੈਮੀਲੀਆ ਦੇ ਵਿੱਚ, ਇਸਨੂੰ ਅਸੀਂ ਅੱਗੇ ਦੇਖਾਂਗੇ। ਸੋ ਪਾਈਸਸ, ਐਮਫੀਬੀਆ ਤੇ ਰੈਪਟੀਲੀਆ, ਇਹ ਇਹਨਾਂ ਤਿੰਨੋਂ ਕਲਾਸਿਸ ਦੇ ਵਿੱਚ ਜਿੰਨੇ ਵੀ ਜੰਤੂ ਆਉਂਦੇ ਨੇ ਉਹ ਅੰਡੇ ਦਿੰਦੇ ਨੇ, ਐਗ ਦਿੰਦੇ ਨੇ। ਸੋ ਦੇਖੋ ਰੈਪਟੀਲੀਆ ਤੋਂ ਹੀ, ਧਿਆਨ ਨਾਲ ਸੁਣਿਓ, ਰੈਪਟੀਲੀਆ ਤੋਂ ਹੀ ਕਾਹਦਾ ਵਿਕਾਸ ਹੋਇਆ, ਕਾਹਦੀ ਉਤਪਤੀ ਹੋਈ, ਏਵਸ ਦੀ, ਪੰਛੀਆਂ ਦੀ ਜਾਂ ਬਰਡਸ ਦੀ, ਇਦਾਂ ਕਹਿ ਲਓ। ਇਹਦਾ ਮਤਲਬ ਕਿ ਰੈਪਟੀਲੀਆ ਦਾ ਕੋਈ ਨਾ ਕੋਈ ਐਗ ਹੋਊਗਾ ਜਿਸ ਤੋਂ ਪਹਿਲੀ ਹੈਨ ਜਾਂ ਪਹਿਲੀ ਮੁਰਗੀ ਜਾਂ ਮੁਰਗਾ ਜੋ ਵੀ ਹੈ ਉਹ ਨਿਕਲਿਆ ਹੋਊਗਾ। ਸੋ ਪੁਆਇੰਟ ਸਾਡਾ ਕਲੀਅਰ ਹੁੰਦਾ ਕਿ ਪਹਿਲਾਂ ਕੌਣ ਆਇਆ, ਪਹਿਲਾਂ ਐਗ ਆਇਆ ਤੇ ਬਾਅਦ ਚ ਕੌਣ ਆਈ, ਹੈਨ ਆਈ। ਹਾਲਾਂਕਿ ਮੈਂ ਬਰੀਫ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਪਹਿਲਾਂ ਆਂਡਾ ਆਇਆ, ਬਾਅਦ ਦੇ ਵਿੱਚ ਮੁਰਗੀ ਮੁਰਗਾ ਜਾਂ ਜੋ ਵੀ ਹੈ ਉਹ ਆਇਆ, ਪਰ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਗਿਆ ਕਿਉਂਕਿ ਅਦਰਵਾਈਜ਼ ਕਾਫੀ ਇਹ ਲੈਂਥੀ ਹੋ ਜਾਂਦਾ। ਯਾਦ ਰੱਖਿਓ ਕਿ ਰੈਪਟੀਲੀਆ ਦਾ ਹੀ ਉਹ ਐਗ ਹੋਊਗਾ ਜਿਸ ਦੇ ਵਿੱਚ ਚੇਂਜਸ ਹੋ ਕੇ ਕੀ ਬਣੀ ਪਹਿਲੀ ਹੈਨ ਜਾਂ ਪਹਿਲੀ ਮੁਰਗੀ ਕਹਿ ਲਓ। ਸੋ ਹੁਣ ਤੁਹਾਡੇ ਦਿਮਾਗ 'ਚ ਕੁਐਸਚਨ ਆਇਆ ਹੋਊਗਾ ਕਿ ਸਰ ਲਿਜਾਰਡ ਜਾਂ ਛਿਪਕਲੀ, ਅਗਰ ਤੁਸੀਂ ਲਿਜਾਰਡ ਜਾਂ ਛਿਪਕਲੀ ਜੋ ਕਿ ਰੈਪਟੀਲੀਆ ਦੇ ਵਿੱਚ ਆਉਂਦੀ ਹੈ, ਤੁਸੀਂ ਉਹਦਾ ਐਗ ਲੈ ਲਓ, ਐਗ ਰੱਖ ਲਓ, ਤਾਂ ਤੁਸੀਂ ਇਦਾਂ ਨਹੀਂ ਸੋਚ ਸਕਦੇ ਕਿ ਛਿਪਕਲੀ ਦੇ ਐਗ ਨੂੰ ਤੁਸੀਂ ਅੱਜ ਰੱਖਿਆ ਤੇ ਉਹਦੇ ਵਿੱਚੋਂ ਇੱਕ ਹੈਨ ਬਣ ਗਈ। ਸੋ ਇਹ ਸਾਰਾ ਕੁਝ ਇੰਨਾ ਜਲਦੀ ਨਹੀਂ ਹੁੰਦਾ, ਇਹਦੇ ਲਈ ਲੱਖਾਂ ਕਰੋੜਾਂ ਸਾਲ, ਜਿਵੇਂ ਮੈਂ ਪਹਿਲਾਂ ਹੀ ਬੋਲਿਆ ਸੀ, ਜਾਂ ਇਸ ਤੋਂ ਵੀ ਜ਼ਿਆਦਾ ਟਾਈਮ ਲੱਗ ਸਕਦਾ ਹੈ। ਸੋ ਸੈਕਿੰਡ, ਅਗਰ ਤੁਹਾਡੇ ਦਿਮਾਗ ਦੇ ਵਿੱਚ ਇਹ ਕੁਐਸਚਨ ਆ ਰਿਹਾ ਹੋਵੇ ਕਿ ਸਰ ਕੀ ਇੱਕ ਆਰਗੇਨਿਜ਼ਮ, ਇੱਕ ਜੀਵ ਦੂਸਰੇ 'ਚ ਕਿਵੇਂ ਬਦਲ ਸਕਦਾ, ਕਿ ਅਸੀਂ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ ਕਿ ਇੱਕ ਜੀਵ ਦੂਸਰੇ ਦੇ ਵਿੱਚ ਕਿਵੇਂ ਕਨਵਰਟ ਹੋ ਗਿਆ। ਸੋ ਇਸ ਪੁਆਇੰਟ ਨੂੰ ਸਮਝਾਉਣ ਲਈ ਅਸੀਂ ਚੱਲਦੇ ਹਾਂ ਆਪਣੀ ਅਗਲੀ ਸਲਾਈਡ ਦੇ। ਸੋ ਜੀਵ ਵਿਕਾਸ ਕਿਵੇਂ ਹੋਇਆ, ਇੱਕ ਜੀਵ ਦੂਸਰੇ ਦੇ ਵਿੱਚ ਕਿਵੇਂ ਕਨਵਰਟ ਹੋਇਆ, ਇਹਦੀ ਸਭ ਤੋਂ ਸਿੰਪਲੈਸਟ ਐਗਜ਼ਾਮਪਲ ਹੈ ਮੰਕੀ ਤੇ ਹਿਊਮਨ ਬੀਇੰਗ ਦੀ, ਜਾਂ ਕਹ ਲਓ ਏਪ ਤੇ ਹਿਊਮਨ ਦੀ, ਕਿ ਜੋ ਹਿਊਮਨ ਆ, ਜੋ ਅਸੀਂ ਆ, ਇਹ ਬਾਂਦਰ ਤੋਂ ਹੀ ਬਣੇ ਆ ਜੀਵ ਵਿਕਾਸ ਦੇ ਨਾਲ, ਹੌਲੀ ਹੌਲੀ ਇਵੋਲਵ ਹੋ ਕੇ। ਇਹ ਸਾਰਾ ਕੁਝ ਸਡਨਲੀ ਨਹੀਂ ਹੋਇਆ, ਇੱਕਦਮ ਨਹੀਂ ਹੋਇਆ, ਬਹੁਤ ਹੀ ਗ੍ਰੈਜੂਅਲੀ, ਬਹੁਤ ਹੀ ਸਲੋਲੀ ਹੋਇਆਗਾ। ਇੱਕ ਹੋਰ ਮੈਂ ਅਗਰ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰਾਂ ਤਾਂ ਉਹ ਹੈ ਡਾਇਨਾਸੌਰ ਦੀ। ਡਾਇਨਾਸੌਰ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਟਾਈਮ ਸੀਗਾ ਜਦੋਂ ਧਰਤੀ ਦੇ ਉੱਪਰ ਡਾਇਨਾਸੌਰ ਦਾ ਹੀ ਰਾਜ ਸੀਗਾ। ਸੋ ਡਾਇਨਾਸੌਰ ਕਿੱਥੇ ਗਏ, ਕੀ ਹੋਇਆ ਇਹਨਾਂ ਦੇ ਨਾਲ, ਤਾਂ ਦੋ ਥਿਊਰੀਜ਼ ਨੇ ਇਹਦੇ ਲਈ। ਪਹਿਲੀ ਇਹ ਕਿ ਜੋ ਅਰਥ ਦਾ ਟੈਂਪਰੇਚਰ ਸੀ ਜਾਂ ਅਰਥ ਦੀਆਂ ਕੰਡੀਸ਼ਨ ਸੀ ਉਹ ਕੁਝ ਇਦਾਂ ਦੀਆਂ ਹੋ ਗਈਆਂ ਕਿ ਇਹ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਸਕੀ ਅਰਥ ਦੇ ਉੱਪਰ, ਮਤਲਬ ਇਹ ਸਰਵਾਈਵ ਕਰਨ ਦੇ ਵਿੱਚ ਅਨਏਬਲ ਹੋ ਗਏ, ਸਰਵਾਈਵ ਨਹੀਂ ਕਰ ਸਕੇ, ਜਿਉ ਨਹੀਂ ਸਕੇ ਇਨਵਾਇਰਮੈਂਟ ਦੀਆਂ ਬਦਲਦੀਆਂ ਕੰਡੀਸ਼ਨ ਦੇ ਮੁਤਾਬਕ। ਸੋ ਇੱਕ ਤਾਂ ਥਿਊਰੀ ਇਹ ਸੀਗੀ ਅਤੇ ਇਹ ਖਤਮ ਹੋ ਗਈ। ਸੈਕਿੰਡ ਜੋ ਮੰਨਿਆ ਜਾਂਦਾ ਹੈਗਾ ਉਹ ਇਹ ਹੈ ਕਿ ਡਾਇਨਾਸੌਰ ਜੋ ਇਵੋਲਵ ਹੋ ਕੇ ਵਰਡ ਦੇ ਵਿੱਚ ਕਨਵਰਟ ਹੋ ਗਏ, ਪੰਛੀਆਂ ਦੇ ਵਿੱਚ ਕਨਵਰਟ ਹੋ ਗਏ। ਡਾਇਗਰਾਮ ਦੇ ਵਿੱਚ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਡਾਇਨਾਸੌਰ ਦਿਖਾਇਆ ਹੋਇਆ ਮੈਂ ਇਸ ਜਗ੍ਹਾ ਦੇ ਉੱਪਰ। ਇਸ ਤੋਂ ਬਾਅਦ ਇਵੋਲਵ ਹੋਇਆ ਕਾਫੀ ਟਾਈਮ ਬਾਅਦ, ਕੀ ਹੋਇਆ ਹੋਊਗਾ ਕਿ ਜੋ ਡਾਇਨਾਸੌਰ ਸੀਗਾ ਉਹਦਾ ਸਾਈਜ਼ ਘਟਿਆ, ਉਹਦੇ ਫੈਦਰ ਆ ਗਏ, ਉਹਦੇ ਖੰਭ ਆ ਗਏ, ਐਂਡ ਐਟ ਲਾਸਟ ਸਾਈਜ਼ ਇੰਨਾ ਘਟ ਗਿਆ ਕਿ ਪੂਰੇ ਦਾ ਪੂਰਾ ਕਾਦੇ ਵਿੱਚ ਕਨਵਰਟ ਹੋ ਗਿਆ, ਵਰਡਸ ਦੇ ਵਿੱਚ। ਸੋ ਡਾਇਨਾਸੌਰ ਇੱਕ ਤਾਂ ਇਹ ਖਤਮ ਹੋ ਗਈ, ਕਾਫੀ ਅਰਥ ਦੇ ਮੁਤਾਬਕ ਸਰਵਾਈਵ ਨਹੀਂ ਕਰ ਸਕੀ, ਇੱਕ ਥਿਊਰੀ ਇਹ ਹੈ। ਸੈਕੰਡ ਥਿਊਰੀ ਇਹ ਹੈ ਕਿ ਕਿਸੇ
ਵਰਡਸ ਵਗੈਰਾ ਦੇ ਵਿੱਚ ਵੀ ਪੰਛੀਆਂ ਦੇ ਵਿੱਚ ਕਨਵਰਟ ਹੋ ਗਏ। ਸੋ ਅਗਰ ਤੁਸੀਂ ਕਹੋ ਕਿ ਸਰ ਡਾਇਨਾਸੌਰ ਦੇ ਫੈਦਰ ਆ ਗਏ, ਡਾਇਨਾਸੌਰ ਦੇ ਖੰਭ ਆ ਗਏ, ਕਿਵੇਂ ਪਤਾ ਲੱਗਿਆ, ਤਾਂ ਇਹਦਾ ਸਾਨੂੰ ਆਨਸਰ ਮਿਲਦਾ ਹੈਗਾ ਫੋਸਿਲਸ ਤੋਂ। ਫੋਸਿਲਸ ਕੀ ਹੁੰਦੇ ਨੇ ਬੇਸਿਕਲੀ, ਇਹ ਹੱਡੀਆਂ ਦੇ ਪਿੰਜਰ ਵਗੈਰਾ ਹੁੰਦੇ ਨੇ ਜੋ ਕਿ ਸਾਨੂੰ ਧਰਤੀ ਦੇ ਨੀਚੇ ਤੋਂ ਹੀ ਮਿਲਦੇ ਨੇ। ਜਦੋਂ ਕੋਈ ਆਰਗੇਨਿਜ਼ਮ ਮਰ ਜਾਂਦਾ ਹੈਗਾ ਤਾਂ ਜੋ ਉਹਦੇ ਹੱਡੀਆਂ ਵਗੈਰਾ ਦੇ ਪਿੰਜਰ ਨੇ ਨੀਚੇ ਤੋਂ ਮਿਲਦੇ ਨੇ। ਖੁਦਾਈ ਕਰਨ ਤੋਂ ਸਾਨੂੰ ਪਤਾ ਲੱਗਿਆ ਕੁਝ ਇਦਾਂ ਦੀ ਸਾਨੂੰ ਹੱਡੀਆਂ ਦੇ ਪਿੰਜਰ ਮਿਲੇ ਜਿਨ੍ਹਾਂ ਨੂੰ ਮੈਂ ਫੋਸਿਲ ਬੋਲਦਾ ਬੇਸਿਕਲੀ ਸਾਇੰਟੀਫਿਕ ਟਰਮ ਦੇ ਵਿੱਚ। ਸੋ ਇਹ ਫੋਸਿਲ ਇਸ ਗੱਲ ਦਾ ਪ੍ਰੂਫ ਨੇ ਕਿ ਜੋ ਡਾਇਨਾਸੌਰ ਸੀਗੇ ਉਹਨਾਂ ਦੇ ਕੀ ਆਏ, ਫੈਦਰ ਆਏ, ਖੰਭ ਆਏ। ਸੋ ਇਹ ਸੀਗੀ ਇੱਕ ਥਿਊਰੀ। ਆਈ ਹੋਪ ਕਿ ਤੁਹਾਨੂੰ ਥੋੜਾ ਜਿਹਾ ਸਮਝ ਆਇਆ ਹੋਊਗਾ। ਮੈਂ ਜ਼ਿਆਦਾ ਨਹੀਂ ਕਹਿ ਰਿਹਾ, ਹਾਂ ਥੋੜਾ ਜਿਹਾ ਸਮਝ ਆਇਆ ਹੋਊਗਾ, ਕਿਉਂਕਿ ਜ਼ਿਆਦਾ ਐਵੋਲੂਸ਼ਨ ਦੇ ਵਿੱਚ ਤੁਹਾਨੂੰ 100% ਪੂਰਾ ਸਮਝ ਆ ਜਾਊਗਾ ਕਿ ਇਹ ਕਨਵਰਜ਼ਨ ਕਿਵੇਂ ਹੁੰਦੀ ਹੈ। ਹੁਣ ਤੁਸੀਂ ਇੰਨਾ ਵੀ ਸਮਝ ਗਏ ਹੋਵੋਗੇ ਕਿ ਰੈਪਟੀਲੀਆ ਤੋਂ ਏਵਜ਼ ਦੇ ਵਿੱਚ ਕਨਵਰਜ਼ਨ ਹੋਇਆ ਹੋਊਗਾ। ਐਵੋਲੂਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਾਪਰੀਆਂ, ਹਿਸਟਰੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਾਪਰੀਆਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸਟੱਡੀ ਕਰਾਂਗੇ ਐਵੋਲੂਸ਼ਨ ਦੇ ਵਿੱਚ, ਜੀਵ ਵਿਕਾਸ ਦੇ ਵਿੱਚ। ਨੀਚੇ ਤੁਸੀਂ ਦੇਖ ਰਹੇ ਹੋ ਕਾਕਰੋਚ। ਤੁਸੀਂ ਕਹੋਗੇ ਕਿ ਸਰ ਡਾਇਨਾਸੌਰ ਦੇ ਨਾਲ ਕਾਕਰੋਚ ਇਹਨਾਂ ਦਾ ਕੀ ਰਿਲੇਸ਼ਨ ਹੈ। ਇਹ ਜਸਟ ਬੇਸਿਕਲੀ ਮੈਂ ਤੁਹਾਨੂੰ ਕੁਝ ਦੱਸਣਾ ਚਾਹਣਾਗਾ ਕਾਕਰੋਚ ਦੇ ਬਾਰੇ, ਕੁਝ ਇੰਟਰਸਟਿੰਗ ਫੈਕਟ। ਪਹਿਲਾ, ਅਗਰ ਤੁਸੀਂ ਇਹਦਾ ਸਿਰ ਕੱਟ ਕਰਦੇ ਹੋ, ਇਹਦਾ ਹੈਡ ਕੱਟ ਕਰਦੇ ਹੋ, ਤਾਂ ਫਿਰ ਵੀ ਇਹ ਕੁਝ ਹਫ਼ਤੇ ਜਿਉ ਸਕਦਾ ਹੈਗਾ। ਇੰਟਰਸਟਿੰਗ ਫੈਕਟ ਹੈਗਾ ਕਾਕਰੋਚ ਦਾ। ਅਗਰ ਤੁਸੀਂ ਸਿਰ ਜਿਹੜਾ ਹੈਗਾ ਉਹਨੂੰ ਕੱਟ ਕਰਦੇ ਹੋ ਫਿਰ ਵੀ ਇਹ ਚੱਲ ਫਿਰ ਸਕਦਾ ਹੈਗਾ ਕੁਝ ਵੀਕ ਦੇ ਲਈ, ਮਿਨੀਮਮ 1 ਵੀਕ ਤਾਂ ਪੱਕੀ ਹੈ ਟੋਟਲੀ। ਸੈਕੰਡਲੀ, ਕਿ ਰਾਤ ਨੂੰ ਬਾਹਰ ਨਿਕਲਦੇ ਨੇ ਫੂਡ ਵਗੈਰਾ ਦੇ ਲਈ। ਸੋ ਰਾਤ ਨੂੰ ਰਸੋਈ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਸਾਨੂੰ ਢੱਕ ਕੇ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਜ਼ਿਆਦਾਤਰ ਇਹਨਾਂ ਦਾ ਅਟੈਕ ਫੂਡ ਵਗੈਰਾ ਤੇ ਰਾਤ ਨੂੰ ਹੀ ਹੁੰਦਾ ਹੈਗਾ। ਥਰਡ, ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਸਭ ਤੋਂ ਜ਼ਿਆਦਾ ਇੰਟਰਸਟਿੰਗ ਹੈ, ਇੰਪੋਰਟੈਂਟ ਨਹੀਂ ਕਹੂੰਗਾ, ਉਹ ਇਹ ਹੈਗਾ ਕਿ ਸਾਨੂੰ ਇਹ ਲੱਗਦਾ ਕਿ ਕਾਕਰੋਚ ਬਹੁਤ ਗੰਦਾ ਗਾ ਕਿਉਂਕਿ ਗੰਦੀ ਜਗ੍ਹਾ ਤੇ ਰਹਿੰਦਾ ਹੈਗਾ, ਬਟ ਅਸਲ ਦੇ ਵਿੱਚ ਥਿਊਰੀਜ਼ ਦੇ ਵਿੱਚ ਇਹ ਪਾਇਆ ਗਿਆ ਕਿ ਕਾਕਰੋਚ ਹਿਊਮਨ ਬੀਇੰਗ ਨੂੰ ਸਭ ਤੋਂ ਜ਼ਿਆਦਾ ਗੰਦਾ ਮੰਨਦਾ ਹੈਗਾ। ਅਗਰ ਇਹ ਹਿਊਮਨ ਬੀਇੰਗ ਨੂੰ ਟੱਚ ਕਰ ਲੇ ਤਾਂ ਜਲਦੀ ਆਪਣੇ ਆਪ ਨੂੰ ਸਾਫ਼ ਕਰਨ ਲਈ ਜਾਂਦਾ ਹੈਗਾ। ਸੋ ਸੋਚਣ ਵਾਲੀ ਗੱਲ ਹੈ ਕਿ ਰਹਿੰਦਾ ਖੁਦ ਗੰਦੀ ਜਗ੍ਹਾ ਤੇ ਹੈ ਤੇ ਗੰਦੇ ਸਾਨੂੰ ਕਹਿੰਦਾ ਹੈਗਾ। ਸੋ ਆਈ ਹੋਪ ਕਿ ਤੁਹਾਨੂੰ ਸਾਰਾ ਸਮਝ ਆਇਆ ਹੋਊਗਾ। ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਸਬਸਕ੍ਰਾਈਬ ਅਗਰ ਕੋਈ YouTube ਤੇ ਕੋਈ ਨੌਲੇਜੇਬਲ ਜਾਂ ਕੋਈ ਵੀਡੀਓ ਪਾ ਰਿਹਾ ਹੈਗਾ ਐਂਡ ਉਹ ਕਹਿ ਰਿਹਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ, ਤਾਂ ਜਸਟ ਸਬਸਕ੍ਰਾਈਬ ਕਰਨ ਦਾ ਨਾਲ ਬੈਨੀਫਿਟ ਕੀ ਹੈ? ਜਸਟ ਇਹੀ ਬੈਨੀਫਿਟ ਹੈ ਕਿ ਜੋ ਵੀ ਲੈਕਚਰ ਪਾ ਰਿਹਾ ਹੈਗਾ ਉਸ ਇਨਸਾਨ ਨੂੰ ਇੱਕ ਮੋਟੀਵੇਸ਼ਨ ਮਿਲਦਾ ਹੈਗਾ ਕਿ ਉਹ ਜਲਦੀ ਆਪਣੀ ਅਗਲੀ ਵੀਡੀਓ ਤੁਹਾਡੇ ਲਈ ਲੈ ਕੇ ਆਵੇ। ਕਿਉਂਕਿ ਜ਼ਿਆਦਾਤਰ ਕਈ ਵਾਰ ਅਸੀਂ ਜੋ ਦੇਖਦੇ ਹਾਂ ਕਿ ਕਾਫੀ ਇਦਾਂ ਦੇ ਕੈਂਡੀਡੇਟ ਹੁੰਦੇ ਨੇ ਜੋ ਦੇਖ ਲੈਂਦੇ ਨੇ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ। ਐਕਚੁਅਲੀ ਸਬਸਕ੍ਰਾਈਬ ਕਰਨ ਦਾ ਜਸਟ ਇਹੀ ਬੈਨੀਫਿਟ ਹੈ ਕਿ ਇੱਕ ਮੋਟੀਵੇਸ਼ਨ ਹੈ, ਜੋ ਲੈਕਚਰ ਡਿਲੀਵਰ ਕਰ ਰਿਹਾ ਹੈਗਾ YouTube ਦੇ ਉੱਪਰ, ਜਸਟ ਉਹਦੇ ਲਈ ਇੱਕ ਮੋਟੀਵੇਸ਼ਨ ਹੈ ਕਿ ਉਹ ਆਪਣੇ ਵਧੀਆ ਲੈਕਚਰ ਤਿਆਰ ਕਰੇ ਐਂਡ ਬਹੁਤ ਜਲਦੀ ਉਹ ਆਪਣਾ ਨਵਾਂ ਲੈਕਚਰ ਜੋ ਵੀ ਲੋਕ ਉਹਨੂੰ ਸੁਣ ਰਹੇ ਨੇ, ਜੋ ਵੀ ਕੈਂਡੀਡੇਟ ਉਹਨੂੰ ਸੁਣ ਰਹੇ ਨੇ, ਉਹਨਾਂ ਲਈ ਲੈ ਕੇ ਆਵੇ। ਸੋ ਸਾਡੀ ਲਾਸਟ ਕਲਾਸ ਆ ਗਈ ਹੁਣ, ਜੋ ਹੈ ਮੈਮੇਲੀਆ ਥਣਧਾਰੀ ਜੀਵ। ਪਹਿਲਾਂ ਦੇਖ ਲੈਂਦੇ ਹਾਂ ਕੁਝ ਕਾਮਨ ਪੁਆਇੰਟ। ਇਹ ਪਹਿਲਾਂ ਵਾਲੇ ਨੇ ਜੋ ਆਪਾਂ ਪਹਿਲਾਂ ਦੇਖੇ ਸੀਗੇ ਕਿ ਇਹਦੇ ਵਿੱਚ ਜਿੰਨੇ ਵੀ ਐਨੀਮਲ ਹੋਣਗੇ ਉਹ ਸਾਰੇ ਕੀ ਹੋਣਗੇ? ਵਾਰਮ ਬਲੱਡਡ ਐਨੀਮਲ ਹੋਣਗੇ, ਸਮਤਾਪੀ ਜੰਤੂ ਹੋਣਗੇ। ਇਹ ਲੰਗਸ ਰਾਹੀਂ ਸਾਹ ਨੇ, ਫੇਫੜਿਆਂ ਰਾਹੀਂ ਸਾਹ ਲੈਂਦੇ ਨੇ। ਇਹਨਾਂ ਦਾ ਦਿਲ ਵੀ 4 ਖਾਨਿਆਂ ਵਾਲਾ ਹੁੰਦਾ ਹੈਗਾ। 4 ਚੈਂਬਰਡ ਹਾਰਟ ਸਾਨੂੰ ਮੈਮੇਲੀਆ ਦੇ ਵਿੱਚ ਦੇਖਣ ਨੂੰ ਮਿਲੂਗਾ। ਇੱਕ ਜੋ ਇਹਨਾਂ ਦਾ ਕਰੈਕਟਰਿਸਟਿਕ ਹੈ, ਜਿੱਥੋਂ ਹੀ ਇਹਨਾਂ ਦਾ ਨਾਂ ਆਇਆ, ਉਹ ਇਹ ਹੈ ਕਿ ਇਹਨਾਂ ਕੋਲ ਮੈਮਰੀ ਗਲੈਂਡ ਹੁੰਦੇ ਨੇ, ਮਤਲਬ ਦੁੱਧ ਗ੍ਰੰਥੀਆਂ ਹੁੰਦੀਆਂ ਨੇ। ਸੋ ਇਹ ਜੋ ਮੈਮਰੀ ਗਲੈਂਡ ਹੁੰਦੇ ਨੇ ਇਹ ਨਵਜਾਤ ਬੱਚਿਆਂ ਦੇ ਪਾਲਣ ਪੋਸ਼ਣ ਲਈ, ਉਹਨਾਂ ਦੇ ਪਾਲਣ ਪੋਸ਼ਣ ਦੇ ਲਈ ਦੁੱਧ ਪੈਦਾ ਕਰਨ ਵਿੱਚ ਸਹਾਇਕ ਹੁੰਦੇ ਨੇ, ਜੋ ਮੈਮਰੀ ਗਲੈਂਡ ਹੁੰਦੇ ਨੇ ਇਹ। ਸੋ ਇਸ ਤੋਂ ਬਾਅਦ ਅਸੀਂ ਦੇਖ ਲੈਂਦੇ ਇਹਦੇ ਵਿੱਚ ਆਉਂਦਾ ਕੀ ਕੁਝ ਹੈ ਮੈਮੀਲੀਆ ਦੇ ਵਿੱਚ। ਇੱਕ ਤਾਂ ਹਿਊਮਨ ਬੀਇੰਗ ਹੋ ਗਏ, ਅਸੀਂ ਹੋ ਗਏ। ਇਸ ਤੋਂ ਇਲਾਵਾ ਬਲੂ ਵੇਲ, ਰਾਈਟ ਸਾਈਡ ਤੇ ਤੁਸੀਂ ਰਾਈਟ ਸਾਈਡ ਤੇ ਦੇਖ ਸਕਦੇ ਹੋ ਬਲੂ ਵੇਲ। ਸਾਨੂੰ ਕਈ ਵਾਰ ਇਦਾਂ ਲੱਗਦਾ ਕਿ ਜੋ ਬਲੂ ਵੇਲ ਹੈ ਕਿ ਇਹ ਫਿਸ਼ ਦੇ ਵਿੱਚ ਆਉਂਦਾ ਹੈਗਾ ਜਾਂ ਪਾਈਸਸ ਦੇ ਵਿੱਚ ਆਉਂਦਾ ਹੈਗਾ, ਬਟ ਐਕਚੁਅਲ ਦੇ ਵਿੱਚ ਇਹ ਮੈਮੀਲੀਆ ਦੇ ਵਿੱਚ ਆਉਂਦਾ ਹੈਗਾ। ਯਾਦ ਰੱਖਿਓ, ਸਭ ਤੋਂ ਵੱਡਾ ਕਨਫਿਊਜ਼ਨ ਇਹੀ ਹੁੰਦਾ ਕਾਫੀ ਕੈਂਡੀਡੇਟ ਨੂੰ ਕਿ ਬਲੂ ਵੇਲ ਕਾਹਦੇ ਵਿੱਚ ਆਊਗਾ, ਤਾਂ ਮੈਮਲਸ ਦੇ ਵਿੱਚ ਆਊਗਾ। ਐਂਡ ਜੋ ਇਹ ਬਲੂ ਵੇਲ ਹੈ ਇਹ ਲਾਰਜੈਸਟ ਐਨੀਮਲ ਹੈ ਵਰਲਡ ਦੇ ਵਿੱਚ ਲਾਰਜੈਸਟ ਐਨੀਮਲ ਐਵਰ ਕਿਹੜਾ ਆ ਗਿਆ ਸਾਡੇ ਕੋਲ? ਬਲੂ ਵੇਲ। ਐਂਡ ਇਹਦਾ ਸਾਈਜ਼ ਕਿੰਨਾ ਹੈਗਾ? 30 ਮੀਟਰ। ਇਸ ਤੋਂ ਬਾਅਦ ਨੀਚੇ ਤੁਸੀਂ ਦੇਖ ਸਕਦੇ ਹੋ ਐਂਡ ਇਹ 30 ਮੀਟਰ ਜੋ ਮੈਂ ਦੱਸਿਆ ਤੁਹਾਨੂੰ ਹੁਣੇ, ਇਹ ਸਾਡਾ NCERT ਬੁੱਕ ਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਜੋ ਬਲੂ ਵੇਲ ਹੈ 30 ਮੀਟਰ ਲੰਬਾ ਹੈਗਾ। ਇਸ ਤੋਂ ਬਾਅਦ ਨੀਚੇ ਤੁਸੀਂ ਦੇਖ ਸਕਦੇ ਹੋ ਕੈਟ ਵਗੈਰਾ ਵੀ ਇਸੇ ਦੇ ਵਿੱਚ ਆ ਜਾਂਦੇ ਨੇ। ਕਾਫੀ ਚੀਜ਼ਾਂ ਸਾਰੀਆਂ ਇਸੇ ਦੇ ਵਿੱਚ ਆਉਣਗੀਆਂ ਮੈਮੇਲੀਆ ਦੇ ਵਿੱਚ।
ਜਿਵੇਂ ਤੁਸੀਂ ਕਹਾਵਤ ਸੁਣੀ ਹੋਊਗੀ ਕਿ ਬਿੱਲੀ ਸ਼ੇਰ ਦੀ ਮਾਸੀ ਹੁੰਦੀ ਹੈ। ਮਤਲਬ ਜੋ ਕਹਾਵਤਾਂ ਨੇ ਉਹ ਵੀ ਸੋਚ ਸਮਝ ਕੇ ਹੀ ਬਣਾਈਆਂ ਜਾਂਦੀਆਂ ਨੇ, ਕਿਉਂਕਿ ਜੋ ਕੈਟ ਹੈ ਇਹਦੀ ਜੋ ਉਤਪਤੀ ਹੈ ਉਹ ਪਹਿਲਾਂ ਹੋਈ ਹੈ ਲਾਇਨ ਦੇ ਨਾਲੋਂ, ਸ਼ੇਰ ਦੇ ਨਾਲੋਂ। ਦੈਟਸ ਵਾਈ ਇਹ ਬੋਲਿਆ ਜਾਂਦਾ ਕਿ ਬਿੱਲੀ ਸ਼ੇਰ ਦੀ ਮੌਸੀ ਹੁੰਦੀ ਹੈ। ਸੋ ਆਈ ਹੋਪ ਕਿ ਤੁਹਾਨੂੰ ਇਹ ਸਾਰਾ ਕੁਝ ਸਮਝ ਆ ਰਿਹਾ ਹੈਗਾ। ਪਲੀਜ਼ ਆਪਣੇ ਨੋਟਸ ਬਣਾਓ ਤੇ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਨਾਲ ਨੋਟ ਜ਼ਰੂਰ ਕਰ ਲਿਓ। ਸੋ ਹੁਣ ਅਸੀਂ ਆ ਗਏ ਆਪਣੀ ਲਾਸਟ ਸਲਾਈਡ ਦੇ ਵਿੱਚ, ਜਿੱਥੇ ਅਸੀਂ ਪੜਾਂਗੇ ਨੋਮਨਕਲੇਚਰ ਦੇ ਬਾਰੇ, ਨਾਂ ਪੱਧਤੀ ਦੇ ਬਾਰੇ। ਇੱਥੇ ਅਸੀਂ ਆਰਗੇਨਿਜ਼ਮ, ਜੀਵਾਂ ਦੇ ਸਾਇੰਟੀਫਿਕ ਨੇਮ ਕੁਝ ਦੇਖਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਪਹਿਲੇ ਪਾਰਟ ਦੇ ਵਿੱਚ ਦੇਖਿਆ ਸੀ ਜਿਵੇਂ ਸੋਲਾਨਮ ਟੁਬਰੋਸਮ, ਉਹ ਸਾਇੰਟੀਫਿਕ ਨੇਮ ਸੀਗਾ ਕਾਹਦਾ? ਪੋਟੈਟੋ ਦਾ। ਮਤਲਬ ਪੂਰੀ ਦੁਨੀਆ ਦੇ ਵਿੱਚ ਅਗਰ ਸੋਲਾਨਮ ਟੁਬਰੋਸਮ ਦਾ ਜ਼ਿਕਰ ਹੁੰਦਾ ਗਾ ਕਿਤੇ ਵੀ, ਤਾਂ ਇਹਦਾ ਮਤਲਬ ਕੀ ਹੋਏਗਾ? ਕਾਹਦੀ ਗੱਲ ਹੋ ਰਹੀ ਹੈ? ਪੋਟੈਟੋ ਦੀ, ਆਲੂ ਦੀ। ਸੋ ਕੁਝ ਹੋਰ ਦੋ ਤਿੰਨ ਇੰਪੋਰਟੈਂਟ ਸਾਇੰਟੀਫਿਕ ਨੇਮ ਕਿਹੜੇ ਨੇ ਪਹਿਲਾਂ ਆਪਾਂ ਉਹ ਦੇਖ ਲੈਂਦੇ ਆ। ਇਧਰ ਸਾਇੰਟਿਸਟ ਦੀ ਪਿਕਚਰ ਤੁਹਾਨੂੰ ਵਿਖ ਰਹੀ ਹੋਊਗੀ ਰਾਈਟ ਸਾਈਡ ਤੇ ਆ ਕੇ, ਜਿਹਦਾ ਨਾਮ ਹੈ ਕਾਰਲਸ ਲੀਨੀਅਸ। ਕਾਰਲਸ ਲੀਨੀਅਸ ਨੂੰ ਅਸੀਂ ਦੇਖਿਆ ਸੀ, ਦੋ ਤਿੰਨ ਗੱਲਾਂ ਫੇਮਸ ਨੇ। ਇੱਕ ਹੋ ਗਿਆ ਕਿ ਟੂ ਕਿੰਗਡਮ ਸਿਸਟਮ, ਜਿਹਦੇ ਵਿੱਚ ਪਲਾਂਟੀ ਤੇ ਐਨੀਮੀਲੀਆ ਅਸੀਂ ਰੱਖੇ ਸੀ, ਉਹ ਕਿਹਨੇ ਦਿੱਤਾ ਸੀ? ਕਾਰਲਸ ਲੀਨੀਅਸ ਨੇ। ਇਸ ਤੋਂ ਇਲਾਵਾ ਇਹ ਸਾਇੰਟੀਫਿਕ ਨੇਮ, ਜਿਹਨੂੰ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਤੇ ਹੁਣ ਵੀ ਪੜਾਂਗੇ, ਸਾਇੰਟੀਫਿਕ ਨੇਮ ਵਗੈਰਾ ਰੱਖਣ ਲਈ ਰੂਲ ਵਗੈਰਾ ਜੋ ਦਿੱਤੇ ਸੀ, ਜਾਂ ਸਾਇੰਟੀਫਿਕ ਨੇਮ ਬਾਇਨੋਮੀਅਲ ਨੋਮਨਕਲੇਚਰ ਦਾ ਜਿਹੜਾ ਕੰਸੈਪਟ ਸੀਗਾ, ਇਹ ਵੀ ਕਿਹਨੇ ਦਿੱਤਾ ਸੀਗਾ? ਕਾਰਲਸ ਲੀਨੀਅਸ ਨੇ। ਇਸ ਤੋਂ ਇਲਾਵਾ ਇਹਨੇ ਇੱਕ ਬੁੱਕ ਵੀ ਲਿਖੀ ਸੀਗੀ ਜਿਸ ਦਾ ਨਾਮ ਕੀ ਹੋ ਗਿਆ? ਸਿਸਟਮਾ ਨੈਚੁਰੀ। ਸੋ ਇਹ ਦੋ ਤਿੰਨ ਚੀਜ਼ਾਂ ਯਾਦ ਰੱਖਣੀਆਂ ਨੇ ਕਾਰਲਸ ਲੀਨੀਅਸ ਦੇ ਬਾਰੇ, ਕਾਫੀ ਫੇਮਸ ਸੀਗੇ ਇਹ। ਸੋ ਨਾਮ ਦੇਖ ਲੈਂਦੇ ਹਾਂ ਸਾਇੰਟੀਫਿਕ ਨੇਮ। ਜਿਵੇਂ ਪਹਿਲਾ ਨੇਮ ਦੇਖੋ ਕੀ ਲਿਖਿਆ ਹੋਇਆ ਮੈਂ, ਹੋਮੋਸੇਪੀਅੰਸ। ਹੋਮੋਸੇਪੀਅੰਸ ਸਾਇੰਟੀਫਿਕ ਨੇਮ ਹੈ ਕਾਹਦਾ? ਹਿਊਮਨ ਦਾ, ਸਾਡਾ ਸਾਇੰਟੀਫਿਕ ਨੇਮ ਕੀ ਹੋ ਗਿਆ? ਹੋਮੋਸੇਪੀਅੰਸ। ਸੋ ਦੇਖੋ ਦੋ ਵਰਡ ਤੁਹਾਨੂੰ ਅਲੱਗ-ਅਲੱਗ ਵਿਖ ਰਹੇ ਹੋਣਗੇ। ਸਟਾਰਟਿੰਗ ਤੇ ਲਿਖਿਆ ਹੋਮੋ, ਉਸ ਤੋਂ ਬਾਅਦ ਲਿਖਿਆ ਸੇਪੀਅੰਸ। ਹੋਮੋ ਜੋ ਪਹਿਲਾ ਵਰਡ ਹੁੰਦਾ ਹੈ, ਸੋ ਹੋਮੋ ਕੀ ਹੋ ਗਿਆ ਇੱਥੇ? ਜੀਨਸ। ਅਸੀਂ ਪੜਿਆ ਸੀਗਾ ਸਪੀਸੀਜ਼, ਜੀਨਸ, ਇਦਾਂ ਅੱਗੇ। ਸੋ ਜੋ ਪਹਿਲਾ ਹੁੰਦਾ ਹੈਗਾ ਉਹਨੂੰ ਕੀ ਬੋਲਦੇ ਹਾਂ ਅਸੀਂ? ਜੀਨਸ। ਉਸ ਤੋਂ ਬਾਅਦ ਜੋ ਸੈਕਿੰਡ ਹੁੰਦਾ ਉਹ ਕੀ ਹੁੰਦਾ ਹੈਗਾ? ਸਪੀਸੀਜ਼। ਕੁਝ ਰੂਲ ਮੈਂ ਤੁਹਾਨੂੰ ਇਦਾਂ ਹੀ ਯਾਦ ਕਰਵਾ ਦੂੰਗਾ ਕਿ ਜੋ ਜੀਨਸ ਜਦੋਂ ਅਸੀਂ ਸਟਾਰਟ ਕਰਨਾ ਹੈਗਾ ਤਾਂ ਉਹਦਾ ਜੋ ਫਸਟ ਲੈਟਰ ਹੈ ਇਟ ਸ਼ੁੱਡ ਬੀ ਕੈਪੀਟਲ, ਉਹ ਕੀ ਹੋਣਾ ਚਾਹੀਦਾ ਹੈਗਾ? ਕੈਪੀਟਲ। ਐਂਡ ਜੋ ਸਪੀਸੀਜ਼ ਹੈ ਇਹਦਾ ਫਸਟ ਲੈਟਰ ਕੀ ਹੋਣਾ ਚਾਹੀਦਾ ਹੈਗਾ? ਸਮਾਲ। ਪੁਆਇੰਟ ਟੂ ਬੀ ਰਿਮੈਂਬਰ ਕਿ ਜੋ ਜੀਨਸ ਹੈ ਉਹਦਾ ਫਸਟ ਲੈਟਰ ਕੈਪੀਟਲ, ਸਪੀਸੀਜ਼ ਦਾ ਫਸਟ ਲੈਟਰ ਕੀ ਹੋਣਾ ਚਾਹੀਦਾ ਹੈਗਾ? ਸਮਾਲ। ਇਸ ਤੋਂ ਬਾਅਦ ਅਗਰ ਤੁਸੀਂ ਇਹਨਾਂ ਨੂੰ ਰਿਟਨ ਲਿਖੋ ਤਾਂ ਦੋਨੋਂ ਹੀ ਜੀਨਸ ਤੇ ਸਪੀਸੀਜ਼ ਨੂੰ ਤੁਹਾਨੂੰ ਅਲੱਗ-ਅਲੱਗ ਅੰਡਰਲਾਈਨ ਕਰਨਾ ਪਊਗਾ। ਇੱਕ ਲਾਸਟ ਰੂਲ ਸਿੰਪਲ ਇਹ ਰਹਿ ਗਿਆ ਕਿ ਜਦੋਂ ਆਪਾਂ ਇਹਨਾਂ ਨੂੰ ਪ੍ਰਿੰਟ ਕਰਦੇ ਹਾਂ ਤਾਂ ਹਮੇਸ਼ਾ ਕਾਦੇ ਵਿੱਚ ਕਰਨੇ ਚਾਹੀਦੇ ਨੇ? ਇਟੈਲਿਕ ਦੇ ਵਿੱਚ। ਸੋ ਦੋ ਰੂਲ ਤੁਹਾਡੇ ਲਈ ਇੰਪੋਰਟੈਂਟ ਨੇ। ਰੂਲ ਨੰਬਰ 1 ਕਿ ਜੋ ਜੀਨਸ ਹੈ ਉਹਦਾ ਫਸਟ ਲੈਟਰ ਕੈਪੀਟਲ ਹੋਣਾ ਚਾਹੀਦਾ। ਸੈਕੰਡ ਜੋ ਸਪੀਸੀਜ਼ ਹੈ ਉਹਦਾ ਫਸਟ ਲੈਟਰ ਸਮਾਲ ਹੋਣਾ ਚਾਹੀਦਾ। ਐਂਡ ਹੋਮੋਸੇਪੀਅੰਸ ਕਿਹਦਾ ਸਾਇੰਟੀਫਿਕ ਨੇਮ ਹੈ? ਹਿਊਮਨ ਦਾ। ਇਸ ਤੋਂ ਬਾਅਦ ਮੈਂਗੋ ਦਾ ਸਾਇੰਟੀਫਿਕ ਨੇਮ ਕੀ ਹੋ ਗਿਆ? ਮੈਂਗੀਫੇਰਾ ਇੰਡੀਕਾ। ਸੋ ਦੇਖੋ ਐਮ ਕੈਪੀਟਲ ਹੈ ਬਟ ਆਈ ਕੀ ਹੈ? ਸਪੀਸੀਜ਼ ਦਾ ਆਈ ਕੀ ਹੈ? ਸਮਾਲ ਹੈਗਾ। ਥਰਡ ਕੀ ਆ ਗਿਆ? ਪੈਂਥੇਰਾ ਲਿਓ। ਇਹ ਕਾਹਦਾ ਸਾਇੰਟੀਫਿਕ ਨੇਮ ਹੈ? ਲਾਇਨ ਦਾ, ਸ਼ੇਰ ਦਾ। ਸੋ ਅਗਰ ਟਾਈਗਰ ਦੀ ਗੱਲ ਕਰੀਏ ਤਾਂ ਉਹ ਵੀ ਇਦਾਂ ਹੋ ਜਾਊਗਾ। ਟਾਈਗਰ ਦਾ ਹੋ ਜਾਂਦਾਗਾ ਪੈਂਥੇਰਾ ਟਾਈਗਰਸ। ਸੋ ਇਹ 4-5 ਸੋਲਾਨਮ ਟੁਬਰੋਸਮ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਸੋ ਇਹ 4-5 ਸਾਇੰਟੀਫਿਕ ਨੇਮ ਨੇ, ਪਲੀਜ਼ ਇਹਨਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਿਓ। ਸੋ ਇਹ ਸੀਗਾ ਸਾਡਾ ਪੂਰਾ ਚੈਪਟਰ। ਇਸ ਚੈਪਟਰ ਦੇ MCQ ਆਪਾਂ ਅਗਲੀ ਕਲਾਸ ਦੇ ਵਿੱਚ ਲਾਵਾਂਗੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ। ਟਿਸ਼ੂ ਦੇ, ਸੈੱਲ ਦੇ ਤੇ ਡਾਇਵਰਸਿਟੀ ਇਨ ਲਿਵਿੰਗ ਆਰਗੇਨਿਜ਼ਮ, ਮਤਲਬ ਇਸ ਚੈਪਟਰ ਦੇ ਜੋ MCQ ਨੇ ਇਹਨਾਂ ਨੂੰ ਅਸੀਂ ਆਪਣੀ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਸੋ ਇਹ ਚੈਪਟਰ ਜਿਹੜਾ ਅਸੀਂ ਖਤਮ ਕੀਤਾਗਾ, ਸਾਡੇ ਪੂਰੇ ETT ਦੇ ਸਿਲੇਬਸ ਦਾ ਅਗਰ ਮੈਂ ਦੱਸਾਂ ਤਾਂ ਸਭ ਤੋਂ ਜ਼ਿਆਦਾ ਟਫ ਚੈਪਟਰ ਕਿਹੜਾਗਾ ਜੋ ਅਸੀਂ ਹੁਣੇ ਕਵਰ ਕੀਤਾ? ਡਾਇਵਰਸਿਟੀ ਇਨ ਲਿਵਿੰਗ ਆਰਗੇਨਿਜ਼ਮ, ਸੰਜੀਵਾਂ ਵਿੱਚ ਵਿਭਿੰਨਤਾ। ਇਸ ਤੋਂ ਟਫ ਮੈਨੂੰ ਨਹੀਂ ਲੱਗਦਾ ਕਿ ਕੋਈ ਚੈਪਟਰ ਹੋ ਸਕਦਾਗਾ ਕਿਉਂਕਿ ਲੰਬਾ ਵੀ ਕਾਫੀ ਸੀਗਾ ਇਹ। ਇਸ ਚੈਪਟਰ ਨੂੰ ਇੱਕ ਟੀਚਰ ਦੇ ਲਈ ਸਮਝਾਉਣਾ ਵੀ ਬਹੁਤ ਡਿਫਿਕਲਟ ਹੈ ਐਂਡ ਸਟੂਡੈਂਟ ਦੇ ਲਈ ਸਮਝਣਾ ਵੀ ਬਹੁਤ ਡਿਫਿਕਲਟ ਹੈ। ਇਸ ਤੋਂ ਇਲਾਵਾ ਅਗਰ ਤੁਸੀਂ YouTube ਤੇ ਸਰਚ ਕਰੋ ਡਾਇਵਰਸਿਟੀ ਇਨ ਲਿਵਿੰਗ ਆਰਗੇਨਿਜ਼ਮ ਤਾਂ ਇਹ ਪੂਰਾ ਚੈਪਟਰ ਤੁਹਾਨੂੰ, ਇਸ ਪੂਰੇ ਚੈਪਟਰ ਦੀ ਵੀਡੀਓ ਸਿਰਫ ਮੇਰੇ ਚੈਨਲ ਤੋਂ ਇਲਾਵਾ ਅੱਜ ਦੀ ਡੇਟ ਦੇ ਵਿੱਚ ਕਿਸੇ ਹੋਰ ਚੈਨਲ ਤੇ ਦੇਖਣ ਨੂੰ ਨਹੀਂ ਮਿਲੂਗੀ ਅੱਜ ਦੀ ਡੇਟ ਦੇ ਵਿੱਚ ETT ਕੋਰਸ ਦੇ ਲਈ। ਸੋ ਐਟ ਲਾਸਟ ਅਗਰ ਤੁਹਾਨੂੰ ਇਹ ਮੇਰਾ ਲੈਕਚਰ 25%, 25% ਵੀ ਸਮਝ ਆਇਆ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਲੋਕਡਾਊਨ ਦੇ ਸਮੇਂ ਜੋ ਐਜੂਕੇਸ਼ਨ ਹੈ ਉਹ ਸਾਰਿਆਂ ਤੱਕ ਪਹੁੰਚ ਸਕੇ। ਸੋ ਜਲਦੀ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਦੇ ਨਾਲ। ਥੈਂਕਸ ਟੂ ਆਲ।